ਤੇ ਜੀ ਸਿੱਖ ਰਹਿਤ ਮਰਿਆਦਾ ਦੀ PDF ਆਪਾਂ ਸਟਾਰਟ ਕਰਨ ਲੱਗੇ ਹਾਂ ਜੀ। ਇਹ ਸਿੱਖ ਰਹਿਤ ਮਰਿਆਦਾ ਦੀ PDF ਜਿਹੜੀ ਹੈ ਇਹ ਬੁੱਕ ਛਾਪੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇ ਅਕਾਲ ਤਖਤ ਸਾਹਿਬ ਜਿਹੜਾ ਸਾਡਾ ਸ਼੍ਰੋਮਣੀ ਅਕਾਲ ਤਖਤ ਸਾਹਿਬ ਹੈ ਉਹ ਅਕਾਲ ਤਖਤ ਨੇ ਪ੍ਰਵਾਨਗੀ ਦਿੱਤੀ ਹੈ ਕਿ ਸਾਡੀ ਇਹ ਮਰਿਆਦਾ ਹੈ। ਸਭ ਤੋਂ ਪਹਿਲੇ ਇਹਦੇ ਵਿੱਚ ਦੱਸਿਆ ਗਿਆ ਸਿੱਖ ਦੀ ਤਾਰੀਫ ਤੋਂ ਭਾਵ ਹੈ ਕਿ ਸਿੱਖ ਦਾ ਕੀ ਮਤਲਬ ਹੈ ਕਿ ਸਿੱਖ ਕਿਹੋ ਜਿਹਾ ਹੋਵੇ। ਸਿੱਖ ਦੀ ਤਾਰੀਫ ਕਿਵੇਂ ਆ ਕਿ ਮਤਲਬ ਸਿੱਖ ਕਿਹੋ ਜਿਹਾ ਚਾਹੀਦਾ ਹੈ ਗੁਰੂ ਮਹਾਰਾਜ ਨੂੰ। ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ 10 ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ 10 ਗੁਰੂ ਸਾਹਿਬਾਨ ਦੀ ਬਾਣੀ ਅਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ। ਪਹਿਲੇ ਇਹਦੇ 'ਚ ਸਾਰਾ ਕੁਛ ਕੀ ਕਵਰ ਹੈ ਕਿ ਜੋ ਅਕਾਲ ਪੁਰਖ ਕੋਈ ਵੀ ਇਸਤਰੀ ਹੋਵੇ ਜਾਂ ਕੋਈ ਵੀ ਪੁਰਸ਼ ਹੋਵੇ। ਇਹ ਨਹੀਂ ਕਿ ਅਗਰ ਆਪਾਂ ਬੋਲ ਰਹੇ ਹਾਂ ਸਿੱਖ ਹੈ ਤਾਂ ਉਹ ਸਿਰਫ ਜੈਂਟਸ ਹੀ ਹੋਣਗੇ, ਨਹੀਂ। ਸਿੱਖ ਬੋਲਿਆ ਗਿਆ ਇਸਤਰੀ ਜਾਂ ਪੁਰਸ਼, ਕੋਈ ਵੀ ਬੱਚਾ, ਕੋਈ ਹੋਰ ਬੁੱਢਾ, ਕੋਈ ਇਸਤਰੀ, ਕੋਈ ਲੇਡੀਜ਼, ਕੋਈ ਜੈਂਟਸ, ਕੋਈ ਵੀ ਸਿੱਖ ਉਹ ਹੋਏਗਾ ਜਿਹੜੇ 10 ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਗ੍ਰੰਥ ਸਾਹਿਬ ਜੀ ਅਤੇ ਫਿਰ 10 ਗੁਰੂ ਸਾਹਿਬਾਨਾਂ ਦੀ ਬਾਣੀ ਅਤੇ ਉਹਨਾਂ ਦੀ ਸਿੱਖਿਆ ਉਹਨਾਂ ਨੂੰ ਮੰਨਣਗੇ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਣਗੇ। ਜੋ 10 ਗੁਰੂਆਂ ਨੂੰ ਮੰਨਦਾ ਹੋਵੇ, ਜੋ 10 ਗੁਰੂਆਂ ਦੀ ਬਾਣੀ ਨੂੰ ਵੀ ਮੰਨਦਾ ਹੋਵੇ ਅਤੇ ਦਸ਼ਮੇਸ਼ ਗੁਰੂ ਜੀ ਉਹਨਾਂ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੋਵੇ, ਭਾਵ ਕਿ ਅੰਮ੍ਰਿਤ ਛਕਣ ਤੋਂ ਇਨਕਾਰ ਨਾ ਕਰੇ। ਕਿਉਂਕਿ ਜਿਹੜਾ ਇਨਸਾਨ ਅੰਮ੍ਰਿਤ ਨਹੀਂ ਛਕਦਾ ਉਹ ਗੁਰੂ ਮਹਾਰਾਜ ਦਾ ਸਿੱਖ ਨਹੀਂ ਹੈ। ਧਰੇ ਕੇਸ ਪਾਹੁਲ ਬਿਨਾ ਭੇਖੀ ਮੂੜਾ ਸਿੱਖ ਮੇਰਾ ਦਰਸ਼ਨ ਨਾਹੀ ਤਿਸ ਪਾਪੀ ਤਿਆਗੈ ਭਿਖ। ਤਾਂ ਗੁਰੂ ਮਹਾਰਾਜ ਕਹਿੰਦੇ ਮੈਂ ਉਹਨੂੰ ਦਰਸ਼ਨ ਨਹੀਂ ਦੇਵਾਂਗਾ ਜਿਹੜਾ ਅੰਮ੍ਰਿਤ ਨਹੀਂ ਛਕੇਗਾ। ਅਤੇ ਗੁਰੂ ਮਹਾਰਾਜ ਅੱਗੇ ਬੋਲਦੇ ਹਨ ਇਸ ਵਿੱਚ ਰਹਿਤ ਮਰਿਆਦਾ ਦੇ ਵਿੱਚ ਕਿ 10 ਗੁਰੂ ਸਾਹਿਬਾਨ ਜਿਹੜੀ ਰਹਿਤ ਮਰਿਆਦਾ ਬਣਾਈ ਗਈ ਹੈ ਉਹਦੇ ਵਿੱਚ ਇਹ ਦੱਸਿਆ ਗਿਆ 10 ਗੁਰੂ ਸਾਹਿਬਾਨ ਦੀ ਬਾਣੀ ਨੂੰ ਵੀ ਮੰਨਣਾ ਹੈ, ਉਹਨਾਂ ਦੀ ਸਿੱਖਿਆ ਨੂੰ ਵੀ। ਇਹਦੇ ਵਿੱਚ ਦਸਮ ਗ੍ਰੰਥ ਦੀ ਬਾਣੀ ਵੀ ਸ਼ਾਮਿਲ ਹੈ। ਕਈ ਦਸਮ ਗ੍ਰੰਥ 'ਤੇ ਬਹੁਤ ਕੁਐਸਚਨਸ ਕਰਦੇ ਆ ਕਿ ਨਹੀਂ ਜੀ ਦਸਮ ਗ੍ਰੰਥ ਦੀ ਬਾਣੀ ਅਸੀਂ ਨਹੀਂ ਮੰਨਣੀ, ਅਸੀਂ ਨਹੀਂ ਪੜ੍ਹਨੀ। ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਿਲ ਨਹੀਂ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਿਲ ਅਗਰ ਨਹੀਂ ਹੈ ਤਾਂ ਉਹਨੂੰ ਦਸਮ ਗ੍ਰੰਥ ਦਾ ਦਰਜਾ ਦਿੱਤਾ ਗਿਆ। ਉਹ ਬਾਣੀ ਵੀ ਗੁਰੂ ਮਹਾਰਾਜ ਦੀ ਹੈ ਅਤੇ ਰਹਿਤ ਮਰਿਆਦਾ 'ਚ ਲਿਖਿਆ ਹੋਇਆ ਕਿ 10 ਗੁਰੂ ਸਾਹਿਬਾਨ ਦੀ ਬਾਣੀ ਅਤੇ ਸਿੱਖਿਆ ਉਹਨਾਂ ਦੀ ਬਾਣੀ ਵੀ ਇਹਦੇ ਵਿੱਚ ਇਨਕਲੂਡਿਡ ਹੈ। ਇਸ ਕਰਕੇ ਅਗਰ ਆਪਾਂ ਦਸਮ ਗ੍ਰੰਥ ਦੀ ਬਾਣੀ ਪੜ੍ਹਦੇ ਹਾਂ, ਪੜ੍ਹਨੀ ਚਾਹੀਦੀ ਵੀ ਹੈ। ਦਸਮ ਗ੍ਰੰਥ ਦੀ ਬਾਣੀ ਵੀ ਪੜ੍ਹਨਾ ਬਹੁਤ ਚੰਗੀ ਗੱਲ ਹੈ, ਠੀਕ ਹੈ ਜੀ। ਅਤੇ ਕਿਸੇ ਹੋਰ ਨੂੰ ਨਹੀਂ ਮੰਨਦਾ, ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਕੇਵਲ ਉਹ ਸਿੱਖ ਹੈ ਜਿਹੜਾ ਸਾਡੇ ਸਿਰਫ ਅਕਾਲ ਪੁਰਖ ਨੂੰ ਮੰਨਦਾ, ਗੁਰੂ ਸਾਹਿਬਾਨਾਂ ਨੂੰ ਮੰਨਦਾ, ਉਹਨਾਂ ਦੀ ਸਿੱਖਿਆ 'ਤੇ ਚੱਲਦਾ। ਇਹ ਨਹੀਂ ਕਿ ਜਿਹੜੇ ਗੁਰੂ ਸਾਹਿਬਾਨਾਂ ਦੀ ਗੱਲ ਵੀ ਮੰਨ ਰਹੇ ਹੈ ਨਾਲ ਪੀਰਾਂ ਦੀ ਪੂਜਾ ਕਰ ਰਹੇ ਹੈ, ਠੀਕ ਹੈ ਜੀ, ਮੜੀਆਂ ਮਸਾਣਾਂ 'ਤੇ ਜਾ ਰਹੇ ਹੈ, ਨਹੀਂ, ਉਹ ਸਿੱਖ ਨਹੀਂ ਹੈ। ਆਪਣੇ ਧਰਮ ਨੂੰ ਛੱਡ ਕੇ ਕਿਤੇ ਹੋਰ ਜਾ ਕੇ ਕਿਸੇ ਹੋਰ ਦੀ ਪੂਜਾ ਕਰਨਾ ਇਹ ਗਲਤ ਹੈ, ਸਿੱਖ ਨਹੀਂ ਹੈ। ਰਿਸਪੈਕਟ ਸਭ ਦੀ ਕਰਨੀ ਹੈ, ਕਿਸੇ ਦਾ ਨਿਰਾਦਰ ਨਹੀਂ ਕਰਨਾ, ਕਿਸੇ ਨੂੰ ਨੀਚ ਨਹੀਂ ਕਹਿਣਾ, ਲੇਕਿਨ ਆਪਣੇ ਧਰਮ ਦੇ ਪੱਕੇ ਰਹਿਣਾ, ਕਿਸੇ ਹੋਰ ਨੂੰ ਨਹੀਂ ਮੰਨਣਾ। ਗੁਰੂ ਸਿਰਫ ਇੱਕੋ ਨੂੰ ਮੰਨਣਾ, ਅਕਾਲ ਪੁਰਖ ਵਾਹਿਗੁਰੂ ਨੂੰ ਅਤੇ 10 ਗੁਰੂ ਸਾਹਿਬਾਨਾਂ ਨੂੰ। ਉਸ ਤੋਂ ਇਲਾਵਾ ਕਿਸੇ ਨੂੰ ਵੀ ਨਹੀਂ ਮੰਨਣਾ। ਇਹ ਸਿੱਖ ਦੀ ਤਾਰੀਫ ਹੈ। ਸਟ੍ਰਿਕਟਲੀ ਇਹ ਲਿਖਿਆ ਹੋਇਆ ਕਿ ਸਿੱਖ ਉਹੀ ਹੈ ਜਿਹੜਾ ਕੇਵਲ ਇੱਕ ਵਾਹਿਗੁਰੂ ਨੂੰ ਮੰਨਦਾ, ਇੱਕ ਰੱਬ ਨੂੰ ਮੰਨਦਾ, ਇੱਕ ਧਰਮ ਨੂੰ ਮੰਨਦਾ। ਹੁਣ ਸਿੱਖ ਦੀ ਰਹਿਣੀ 2 ਪ੍ਰਕਾਰ ਦੀ ਹੈ। ਰਹਿਣੀ ਤੋਂ ਮਤਲਬ ਹੈ ਸਾਡੀ ਜੀਵਨ ਸ਼ੈਲੀ ਕਿਵੇਂ ਦੀ ਹੋਵੇ, ਸਾਡਾ ਰਹਿਣ ਸਹਿਣਾ, ਸਾਡੀ ਲਾਈਫ ਕਿਵੇਂ ਚੱਲੇ। ਇੱਕ ਹੈ ਪੰਥਕ ਰਹਿਣੀ, ਇੱਕ ਹੈ ਸਖਸ਼ੀ ਰਹਿਣੀ। ਸਭ ਤੋਂ ਪਹਿਲੇ ਹੈ ਸਖਸ਼ੀ ਰਹਿਣੀ, ਸਾਡੀ ਆਪਣੀ ਪਰਸਨਲ ਕਿਸੇ ਇੱਕ ਸਿੱਖ ਦੀ ਪਰਸਨਲ ਲਾਈਫ ਕਿਵੇਂ ਚੱਲੇ। ਨਾਮ ਬਾਣੀ ਦਾ ਅਭਿਆਸ,
ਗੁਰਮਤਿ ਦੀ ਰਹਿਣੀ ਅਤੇ ਸੇਵਾ। ਇਹ 3 ਪੁਆਇੰਟਸ ਹੈ ਜਿਹੜੇ ਸ਼ਖਸੀ ਰਹਿਣੀ ਵਿੱਚ ਆਉਂਦੇ ਆ। ਸਾਡੀ ਸ਼ਖਸੀਅਤ ਕਿੱਦਾਂ ਦੀ ਹੋਵੇ, ਸਾਡੀ ਲਾਈਫ ਕਿਵੇਂ ਦੀ ਹੋਵੇ, ਠੀਕ ਹੈ ਜੀ। ਅਤੇ ਉਹਦੇ 'ਚ ਰਹਿਤ ਮਰਿਆਦਾ ਦੱਸਿਆ ਗਿਆ। ਨਾਮ ਬਾਣੀ ਦਾ ਅਭਿਆਸ, ਕਿ ਜਿਹੜਾ ਸਿੱਖ ਹੈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਅਕਾਲ ਪੁਰਖ ਦਾ ਧਿਆਨ ਧਰੇ, ਨਾਮ ਬਾਣੀ ਦਾ ਅਭਿਆਸ ਕਰੇ, ਵਾਹਿਗੁਰੂ ਨਾਮ ਜਪੇ। ਸੈਕਿੰਡ ਹੈ ਨਿਤਨੇਮ ਦਾ ਪਾਠ। ਹੁਣ ਅਸੀਂ ਨਿਤਨੇਮ ਦਾ ਪਾਠ ਕਰਨਾ। ਇਹਦੇ ਵਿੱਚ ਜਿਹੜਾ SGPC ਵਾਲਿਆਂ ਨੇ ਰਹਿਤ ਮਰਿਆਦਾ ਦੱਸੀ ਹੈ, ਉਹਦੇ ਵਿੱਚ ਨਿਤਨੇਮ ਦੀਆਂ ਬਾਣੀਆਂ ਹਨ ਜਪਜੀ ਸਾਹਿਬ, ਜਾਪ ਸਾਹਿਬ ਅਤੇ ਤੋ ਪ੍ਰਸਾਦ ਸਵਈਏ, ਸਰਾਵਕ ਸੁਧ ਵਾਲੇ, ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੇ 10 ਸਵਈਏ। ਇਸ ਤੋਂ ਇਲਾਵਾ ਆਪਾਂ ਚੌਪਈ ਸਾਹਿਬ ਅਤੇ ਆਨੰਦ ਸਾਹਿਬ ਵੀ ਅੰਮ੍ਰਿਤ ਵੇਲੇ ਕਰਦੇ ਹਾਂ। 5 ਬਾਣੀਆਂ ਵਿੱਚ ਉਹ ਸ਼ਾਮਿਲ ਹੈ, ਚੌਪਈ ਸਾਹਿਬ ਵੀ ਅਤੇ ਆਨੰਦ ਸਾਹਿਬ ਵੀ, ਠੀਕ ਹੈ ਜੀ। ਅਤੇ ਜਿਹੜੀ ਇਹ ਮਰਿਆਦਾ ਹੈ SGPC ਵੱਲੋਂ, ਉਹਨਾਂ ਨੇ ਇਹ 2 ਬਾਣੀਆਂ ਸ਼ਾਮਿਲ ਨਹੀਂ ਕੀਤੀਆਂ, ਚੌਪਈ ਸਾਹਿਬ ਅਤੇ ਆਨੰਦ ਸਾਹਿਬ। ਲੇਕਿਨ ਵੈਸੇ ਸਾਰੀ ਸੰਗਤ ਡੇਲੀ ਨਿਤਨੇਮ 'ਚ 5 ਬਾਣੀਆਂ ਦਾ ਨਿਤਨੇਮ ਕਰਦੀ ਹੈ। ਤਾਂ ਅਗਰ ਤੁਹਾਨੂੰ ਕੁਐਸਚਨ ਆਵੇ ਕਿ ਨਿਤਨੇਮ ਦੇ ਪਾਠ ਦੇ ਵਿੱਚ ਕਿੰਨੀਆਂ ਬਾਣੀਆਂ ਸ਼ਾਮਿਲ ਹਨ, ਤਾਂ ਤੁਸੀਂ ਜਪਜੀ ਸਾਹਿਬ, ਜਾਪ ਸਾਹਿਬ, ਤੋ ਪ੍ਰਸਾਦ ਸਵਈਏ ਇਹ ਕਰ ਸਕਦੇ ਹੋ। ਅਤੇ ਸ਼ਾਮ ਨੂੰ ਪੜ੍ਹਨੀ ਹੁੰਦੀ ਹੈ ਸੋਦਰ ਰਹਿਰਾਸ ਸਾਹਿਬ। ਸ਼ਾਮ ਵੇਲੇ ਸੂਰਜ ਡੁੱਬਣ ਵੇਲੇ ਪੜ੍ਹਨੀ ਹੁੰਦੀ ਹੈ, ਜਿਹਦੇ ਵਿੱਚ ਜਿਹੜਾ ਰਹਿਰਾਸ ਦਾ ਪਾਠ ਹੈ, ਰਹਿਰਾਸ ਸਾਹਿਬ ਦੇ ਪਾਠ ਦੇ ਵਿੱਚ ਵੀ ਕੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਹੋਏ 9 ਸ਼ਬਦ ਹਨ। 9 ਸ਼ਬਦ ਹਨ, ਸੋਦਰ ਤੋਂ ਲੈ ਕੇ ਸਰਨ ਪਰੇਖੀ ਰਾਖੋ ਸਰਮਾ ਤੱਕ 9 ਸ਼ਬਦ ਹੈ। ਉਸ ਤੋਂ ਬਾਅਦ ਹੈ ਬੇਨਤੀ ਚੌਪਈ 10ਵੀਂ, ਹਮਰੀ ਕਰੋ ਹੱਥ ਦੇ ਰੱਛਾ ਤੋਂ ਲੈ ਕੇ ਦੁਸ਼ਟ ਦੋਖ ਤੇ ਲੇਹੋ ਬਚਾਈ। ਫਿਰ ਉਸ ਤੋਂ ਬਾਅਦ ਹੈ ਸਵਈਆ, ਪਾਏ ਗਏ ਜਬ ਤੇ ਤੁਮਰੇ ਤਬ ਦੇਖੋ ਆਂਖ ਤਰੇ ਨਹੀਂ ਆਨੇ ਹੋ। ਉਸ ਤੋਂ ਬਾਅਦ ਹੈ ਦੋਹਰਾ, ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ ਉਹ ਵਾਲਾ। ਉਸ ਤੋਂ ਬਾਅਦ ਆਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਅਤੇ ਅੰਤਲੀ 1 ਪੌੜੀ। ਉਸ ਤੋਂ ਬਾਅਦ ਹੈ ਮੁੰਦਾਵਨੀ ਮਹਿਲਾ, ਅਤੇ ਉਸ ਤੋਂ ਬਾਅਦ ਹੈ ਸਲੋਕ ਮਹਿਲਾ 5ਵਾਂ, ਤੇਰਾ ਕੀਤਾ ਜਾਤੋ ਨਹੀਂ। ਇਹ ਵਾਲੇ ਤੋਂ ਬਾਅਦ ਰਹਿਰਾਸ ਸਾਹਿਬ ਖਤਮ ਹੋ ਜਾਂਦਾ। ਤੇਰਾ ਕੀਤਾ ਜਾਤੋ ਨਹੀਂ, ਮੈਨੂੰ ਜੋ ਕਿਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਹੀਂ, ਆਪੇ ਤਰਸ ਪਿਓਈ। ਇਹ ਵਾਲੇ ਸ਼ਬਦ ਤੋਂ ਬਾਅਦ ਰਹਿਰਾਸ ਸਾਹਿਬ ਖਤਮ ਹੈ, ਠੀਕ ਹੈ ਜੀ। ਫਿਰ ਹੈ ਸੋਹਿਲਾ ਸਾਹਿਬ। ਇਹ ਬਾਣੀ ਦੇ ਵਿੱਚ ਵੀ 5 ਸ਼ਬਦ ਹਨ। ਇਹ ਬਾਣੀ ਰਾਤ ਨੂੰ ਸੌਣ ਵੇਲੇ ਪੜ੍ਹੀ ਜਾਂਦੀ ਹੈ। ਜਦੋਂ ਵੀ ਆਪਾਂ ਸੌਣਾ ਉਦੋਂ ਆਪਾਂ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਕਰਕੇ ਸੌਣਾ, ਠੀਕ ਹੈ ਜੀ। ਹੁਣ ਅੰਮ੍ਰਿਤ ਵੇਲੇ ਅਤੇ ਸੋਦਰ ਵੇਲੇ ਦੇ ਨਿਤਨੇਮ ਤੋਂ ਬਾਅਦ ਅਰਦਾਸ ਕਰਨੀ ਜ਼ਰੂਰੀ ਹੈ। ਕੁਐਸਚਨ ਆ ਸਕਦਾ, ਅਰਦਾਸ ਕਰਨੀ ਕਦੋਂ ਕਦੋਂ ਜ਼ਰੂਰੀ ਹੈ? ਅਤੇ ਆਪਸ਼ਨਸ ਹੈ ਕਦੀ ਵੀ ਨਹੀਂ, ਜਾਂ ਹਰ ਬਾਣੀ ਤੋਂ ਬਾਅਦ, ਜਾਂ ਫਿਰ ਆ ਸਕਦਾ ਕਿ ਅੰਮ੍ਰਿਤ ਵੇਲੇ ਅਤੇ ਸੋਦਰ ਵੇਲੇ ਦੀ ਬਾਣੀ ਤੋਂ ਬਾਅਦ। ਅਤੇ ਤੁਸੀਂ ਰਾਈਟ ਆਪਸ਼ਨ ਟਿਕ ਕਰਨਾ। ਅਰਦਾਸ ਕਰਨੀ ਬਹੁਤ ਇੰਪੋਰਟੈਂਟ ਹੈ ਸੋਦਰ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ, ਅਤੇ ਅੰਮ੍ਰਿਤ ਵੇਲੇ ਜੋ ਬਾਣੀ ਦਾ ਨਿਤਨੇਮ ਕੀਤਾ ਉਹਨਾਂ ਦੀਆਂ ਬਾਣੀਆਂ ਤੋਂ ਬਾਅਦ ਅਰਦਾਸ ਬਹੁਤ ਇੰਪੋਰਟੈਂਟ ਹੈ, ਠੀਕ ਹੈ ਜੀ। ਅਰਦਾਸ ਕੀ ਹੈ? ਇਹ ਸਾਰੀ ਅਰਦਾਸ ਮੈਂਸ਼ਨ ਹੈ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਾਹਿਬ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ 10ਵੀਂ। ਪ੍ਰਥਮ ਭਗਵਤੀ ਸਿਮਰ ਕੇ ਆਏ, ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਧਾਇ। ਸਭ ਥਾਈਂ ਹੋਏ ਸਹਾਏ। 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਏ ਸਹਾਏ। 10 ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। 5 ਪਿਆਰਿਆਂ 4 ਸਾਹਿਬਜ਼ਾਦਿਆਂ 40 ਮੁਕਤਿਆਂ। 8 ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ। ਵੰਡ ਛਕਿਆ, ਦੇਗ ਜਲਾਈ, ਤੇਗ ਵਾਹੀ। ਦੇਖ ਕੇ ਅਣਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। 5 ਤਖ਼ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
चितावै चितावन का सदका सरब सुख होवै। जहाँ जहाँ खालसा जी साहिब तहाँ तहाँ रक्षा रियायत। तेग तेग फतेह बिरद की पैज पंथ की जीत ਸ਼ੀਰ ਸਾਹਿਬ ਜੀ ਸਹਾਈ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮੱਤ ਰਾਖਾ ਆਪ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਧਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੀ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤੇ ਨਾਲੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ, ਤਾਣੇ ਦੇ ਤਾਣੇ, ਓਟਿਆਂ ਦੀ ਓਟ, ਨਿਆਸਿਆਂ ਦੇ ਆਸ ਸੱਚੇ ਪਿਤਾ ਵਾਹਿਗੁਰੂ ਆਪ ਦੇ ਹਜ਼ੂਰ। ਇੱਥੇ ਆਪਾਂ ਜਿਹੜੀ ਵੀ ਬਾਣੀ ਦਾ ਪਾਠ ਕੀਤਾ ਹੈ, ਮੰਨ ਲਓ ਸਵੇਰੇ ਨਿਤਨੇਮ ਕੀਤਾ ਜਾਂ ਰਹਿਰਾਸ ਕੀਤਾ ਤਾਂ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਦੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮੇਲਿਆਂ ਤੇਰਾ ਨਾਮ ਸਵਾਸ ਸਵਾਸ ਚਿਤ ਆਵੇ। ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਤੋਂ ਉਪਰੰਤ ਅਰਦਾਸ ਵਿੱਚ ਸ਼ਾਮਿਲ ਹੋਣ ਵਾਲੀ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਦਬ ਨਾਲ ਮੱਥਾ ਟੇਕੇ ਅਤੇ ਫਿਰ ਖੜ੍ਹੇ ਹੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਫਿਰ ਸਤਿ ਸ਼੍ਰੀ ਅਕਾਲ ਦਾ ਜੈਕਾਰਾ ਗਜਾਇਆ ਜਾਏਗਾ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਠੀਕ ਹੈ ਜੀ। ਜਿਹੜੀ ਉੱਪਰ ਲਾਈਨ ਲਿਖੀ ਗਈ ਹੈ, ਇਹ ਨਿਮਾਣਿਆਂ ਦੇ ਮਾਣ, ਤਾਣੇ ਦੇ ਤਾਣ, ਆਪ ਜੀ ਦੇ ਹਜ਼ੂਰ। ਇੱਥੇ ਬਾਣੀ ਦਾ ਨਾਮ ਆਏਗਾ ਪਲੱਸ ਆਪਾਂ ਜੋ ਆਪਣੀ ਪਰਸਨਲ ਅਰਦਾਸ ਕਰਨਾ ਚਾਹੁੰਦੇ ਹਾਂ, ਠੀਕ ਹੈ ਜੀ, ਉਹ ਕਰ ਸਕਦੇ ਹਾਂ। ਜਿਵੇਂ ਦੀ ਅਰੋਗਤਾ ਬਖਸ਼ੋ, ਤੰਦਰੁਸਤੀ ਬਖਸ਼ੋ, ਜਾਂ ਹੋਰ ਕੋਈ ਵੀ ਕਾਰਜ ਜਿਸ ਕਰਕੇ ਆਪਾਂ ਪਾਠ ਕੀਤਾ, ਅਰਦਾਸ ਕਰ ਰਹੇ ਹਾਂ, ਉਹ ਕਾਰਜ ਦੀ ਇੱਥੇ ਗੱਲ ਹੋ ਸਕਦੀ ਹੈ। ਅਰਦਾਸ ਹੋਣ ਸਮੇਂ ਸੰਗਤ 'ਚ ਹਾਜ਼ਰ ਸਾਰੇ ਇਸਤਰੀ ਪੁਰਸ਼ਾਂ ਨੂੰ ਹੱਥ ਜੋੜ ਕੇ ਖੜ੍ਹੇ ਹੋਣਾ ਬਹੁਤ ਜ਼ਰੂਰੀ ਹੈ। ਜੋ ਸੱਜਣ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ਬੈਠਿਆ ਹੋਵੇ ਉਹ ਵੀ ਉੱਠ ਕੇ ਚੌਰ ਸਾਹਿਬ ਕਰੇ। ਇਹ ਮਰਿਆਦਾ ਹੈ ਕਿ ਜਦੋਂ ਵੀ ਅਰਦਾਸ ਹੋ ਰਹੀ ਹੈ ਉਦੋਂ ਇੱਕ ਅਰਦਾਸੀਆ ਸਿੰਘ ਅਰਦਾਸ ਕਰ ਰਿਹਾ ਅਤੇ ਸਾਹਮਣੇ ਜਿਹੜੇ ਤਾਬਿਆਂ 'ਤੇ ਬੈਠੇ ਹੁੰਦੇ ਆ, ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਕਰਦੇ ਹੁੰਦੇ ਆ ਬੈਠ ਕੇ, ਉਹ ਵੀ ਉੱਠ ਕੇ ਖੜ੍ਹੇ ਹੋ ਕੇ ਗੁਰੂ ਮਹਾਰਾਜ ਨੂੰ ਵਿੱਚ ਚੌਰ ਵੀ ਕਰਨ, ਖੜ੍ਹੇ ਹੋ ਕੇ ਚੌਰ ਦੀ ਸੇਵਾ ਕਰਨ, ਚੌਰ ਸਾਹਿਬ ਬੋਲਦੇ ਆ ਉਹਨਾਂ ਨੂੰ। ਅਰਦਾਸ ਕਰਨ ਵਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਖੜ੍ਹਾ ਹੋ ਕੇ ਹੱਥ ਜੋੜ ਕੇ ਅਰਦਾਸ ਕਰੇ। ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨਾ ਹੋਣ ਤਾਂ ਕਿਸੇ ਪਾਸੇ ਵੀ ਮੂੰਹ ਕਰਕੇ ਅਰਦਾਸ ਕਰ ਸਕਦੇ ਹਾਂ, ਪ੍ਰਵਾਨ ਹੋ ਜਾਏਗਾ। ਠੀਕ ਹੈ ਜੀ। ਜਦੋਂ ਕੋਈ ਖਾਸ ਅਰਦਾਸ ਕਿਸੇ ਇੱਕ ਜਾਂ ਵਧੇਕ ਆਦਮੀਆਂ ਵੱਲੋਂ ਹੋਵੇ ਤਾਂ ਉਹਨਾਂ ਤੋਂ ਬਿਨਾਂ ਸੰਗਤ ਵਿੱਚ ਬੈਠੇ ਹੋਰਨਾਂ ਦਾ ਉੱਠਣਾ ਜ਼ਰੂਰੀ ਨਹੀਂ ਹੈ। ਅਗਰ ਕੋਈ ਆਪਣੀ ਪਰਸਨਲ ਅਰਦਾਸ ਕਰਵਾ ਰਿਹਾ ਤਾਂ ਜਿਹੜੇ ਉਹ ਸੰਗਤ ਵਿੱਚ ਬੈਠੇ ਬਾਕੀ ਜਿਹੜੀ ਸੰਗਤ ਹੈ ਉਹ ਉੱਠ ਕੇ, ਜ਼ਰੂਰੀ ਨਹੀਂ ਹੈ ਕਿ ਉਹਨਾਂ ਨੇ ਉੱਠ ਕੇ ਅਰਦਾਸ 'ਚ ਸ਼ਾਮਿਲ ਹੋਣਾ। ਜਿਹੜੀ ਸੰਗਤ ਵੱਲੋਂ ਅਰਦਾਸ ਕਰਵਾਈ ਜਾ ਰਹੀ ਹੈ ਉਹ ਸਾਰਾ ਜਿਹੜਾ ਪਰਿਵਾਰ ਹੈ ਉਹ ਅਰਦਾਸ ਦੇ ਵਿੱਚ ਸ਼ਾਮਿਲ ਹੋਏਗਾ। ਠੀਕ ਹੈ ਜੀ। ਹਾਂਜੀ, ਅੱਗੇ ਹੈ ਜੀ 4th ਪੁਆਇੰਟ ਹੈ ਜਦੋਂ ਸਾਧ ਸੰਗਤ ਵਿੱਚ ਜੁੜ ਕੇ ਗੁਰਬਾਣੀ ਦਾ ਅਭਿਆਸ। ਹੁਣ ਅੱਗੇ ਕੀ ਹੈ, ਗੁਰਦੁਆਰੇ ਜਾਣ ਦੀ ਕੀ ਮਰਿਆਦਾ ਸਾਡੇ ਕੋਲ ਹੈ। ਗੁਰਦੁਆਰੇ ਬਾਰੇ ਦੱਸਿਆ ਗਿਆ, ਗੁਰਦੁਆਰੇ ਸਾਹਿਬ ਜਾਣ ਦੀ ਕੀ ਮਰਿਆਦਾ। ਗੁਰਬਾਣੀ ਦਾ ਅਸਰ ਸਾਧ ਸੰਗਤ 'ਚ ਬੈਠ ਕੇ ਵਧੇਰੇ ਹੁੰਦਾ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਨਾ ਸਾਧ ਸੰਗਤ ਦੇ ਵਿੱਚ ਬੈਠ ਕੇ, ਗੁਰਦੁਆਰੇ ਜਾ ਕੇ ਜਾਂ ਵੈਸੇ ਸੰਗਤ ਦੇ ਵਿੱਚ ਬੈਠ ਕੇ, ਅਗਰ ਘਰ ਵੀ ਆ ਸੰਗਤ ਬੁਲਾਈ ਹੈ ਜਾਂ ਸੰਗਤ ਸਾਡੇ ਘਰ ਆਈ ਹੈ ਤਾਂ ਸੰਗਤ ਵਿੱਚ ਬੈਠ ਕੇ ਗੁਰਬਾਣੀ ਦਾ ਅਸਰ ਬਹੁਤ ਜਲਦੀ ਹੁੰਦਾ। ਇਸ ਲਈ ਸਿੱਖ ਲਈ ਉਚਿਤ ਹੈ ਕਿ ਸਿੱਖ ਸੰਗਤਾਂ ਦੇ ਜੋੜ ਮੇਲੇ ਦੇ ਅਸਥਾਨ ਨਾਲ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਅਤੇ ਸਾਧ ਸੰਗਤ ਵਿੱਚ ਬੈਠ ਕੇ ਗੁਰਬਾਣੀ ਤੋਂ ਲਾਭ ਉਠਾਵੇ। ਕਿ ਸਾਡਾ ਇਹ ਫਰਜ਼ ਬਣਦਾ ਕਿ ਜਿਹੜੇ ਜੋੜ ਮੇਲੇ ਸਥਾਨ ਹੈ ਜਾਂ ਜਿਹੜੇ ਗੁਰਦੁਆਰੇ ਹੈ, ਕੋਈ ਵੀ ਗੁਰਦੁਆਰੇ ਹੈ, ਤੁਸੀਂ ਉੱਥੇ ਜਾ ਕੇ ਨਾਮ ਬਾਣੀ ਨਾਲ ਜੁੜੋ। ਬਾਣੀ ਦੇ ਅਗਰ ਉੱਥੇ ਕੀਰਤਨ ਦਰਬਾਰ ਹੋ ਰਹੇ ਹੈ ਜਾਂ ਕੋਈ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਜਾਂ ਵੈਸੇ ਰੂਟੀਨ 'ਚ ਵੀ ਨਿਤਨੇਮ ਹੋ ਰਿਹਾ ਜਾਂ ਕੋਈ ਵੀ ਬਾਣੀ ਦਾ ਪਾਠ ਕੀਰਤਨ ਕਿਸੇ ਵੀ ਟਾਈਮ ਹੋ ਰਿਹਾ ਤਾਂ ਉੱਥੇ ਸਾਨੂੰ ਗੁਰਦੁਆਰੇ ਜਾਣਾ ਚਾਹੀਦਾ, ਸੰਗਤ ਕਰਨੀ ਚਾਹੀਦੀ ਹੈ, ਸੰਗਤ 'ਚ ਬੈਠਣਾ ਚਾਹੀਦਾ। ਗੁਰੂ ਮਹਾਰਾਜ ਕਹਿੰਦੇ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਕਿ ਜਿਹੜਾ ਪਰਮਾਤਮਾ ਹੈ ਉਹ ਸੰਗਤ ਵਿੱਚ ਵਸਦਾ ਹੈ। ਅਤੇ ਗੁਰਦੁਆਰੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਿੱਤਾ ਪ੍ਰਤੀ ਹੋਵੇ। ਡੇਲੀ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਣਾ ਬਹੁਤ ਜ਼ਰੂਰੀ ਹੈ। ਸਵੇਰੇ ਪ੍ਰਕਾਸ਼ ਹੁੰਦਾ ਅੰਮ੍ਰਿਤ ਵੇਲੇ
ਤੇ ਰਾਤ ਨੂੰ ਸੁਖਾਸਨ ਹੁੰਦਾ ਜਦੋਂ ਸਾਡੇ ਜਿਵੇਂ ਕੋਈ ਵੀ ਗੁਰਦੁਆਰਾ ਸਾਹਿਬ ਹੈ, ਜਦੋਂ ਉੱਥੇ ਪ੍ਰੋਗਰਾਮਾਂ ਦੀ ਸਾਰੀ ਸਮਾਪਤੀ ਹੋ ਗਈ, ਸੋਹਿਲਾ ਸਾਹਿਬ ਵੀ ਹੋ ਗਿਆ, ਕੀਰਤਨ ਵੀ ਹੋ ਗਿਆ, ਕਥਾ ਵਿਚਾਰਾਂ ਸਭ ਕੁਝ ਹੋ ਗਿਆ, ਹੁਣ ਸੰਗਤਾਂ ਨੇ ਆਪਣੇ ਆਪਣੇ ਘਰ ਜਾਣਾ, ਤਾਂ ਗੁਰੂ ਮਹਾਰਾਜ ਦਾ ਸੁਖ ਆਸਨ ਕਰਕੇ ਫਿਰ ਘਰ ਜਾਂਦੇ ਆ ਸੰਗਤ। ਸੁਖਾਸਨ ਸਾਹਿਬ ਹੁੰਦਾ ਗੁਰੂ ਮਹਾਰਾਜ ਦਾ। ਨੈਕਸਟ ਡੇ ਫਿਰ ਪ੍ਰਕਾਸ਼ ਕਰਦੇ ਆ ਸਵੇਰੇ, ਠੀਕ ਹੈ ਜੀ। ਇਸ ਕਰਕੇ ਲਿਖਿਆ ਹੋਇਆ ਪ੍ਰਕਾਸ਼ ਨਿੱਤਾ ਪ੍ਰਤੀ ਹੋਵੇ, ਬਿਨਾਂ ਖਾਸ ਕਾਰਨ ਦੇ, ਜਦ ਕਿ ਪ੍ਰਕਾਸ਼ ਜਾਰੀ ਰੱਖਣ ਦੀ ਲੋੜ ਹੋਵੇ, ਰਾਤ ਨੂੰ ਪ੍ਰਕਾਸ਼ ਨਾ ਰਹੇ। ਮਤਲਬ ਕੀ ਹੈ ਕਿ ਬਿਨਾਂ ਕੋਈ ਖਾਸ ਕਾਰਨ ਦੇ, ਅਗਰ ਕੋਈ ਖਾਸ ਕਾਰਨ ਨਹੀਂ ਹੈਗਾ ਤਾਂ ਫਿਰ ਗੁਰੂ ਮਹਾਰਾਜ ਦਾ ਪ੍ਰਕਾਸ਼ ਨਹੀਂ ਕਰੀ ਰੱਖਣਾ, ਮਤਲਬ ਸਾਰੀ ਰਾਤ ਐਵੇਂ ਪ੍ਰਕਾਸ਼ ਕਰਕੇ ਨਹੀਂ ਰੱਖਣਾ। ਅਗਰ ਤੁਹਾਨੂੰ ਜ਼ਰੂਰਤ ਹੈ, ਖਾਸ ਕੋਈ ਲੋੜ ਹੈ, ਜਿਵੇਂ ਹੁਣ ਸ਼ਹੀਦੀ ਪੁਰਬ ਨਿਕਲ ਕੇ ਗਿਆ ਹੈ ਨਾ ਗੁਰੂ ਮਹਾਰਾਜ ਦਾ 14 ਜੂਨ ਨੂੰ, ਤਾਂ ਹੁਣ ਅਖੰਡ ਪਾਠ ਚੱਲਦੇ ਆ ਹਰ ਗੁਰਦੁਆਰਾ ਸਾਹਿਬ ਦੇ ਵਿੱਚ। ਹੁਣ ਅਗਰ ਆਪਾਂ ਦੇਖੀਏ ਅਖੰਡ ਪਾਠ ਤਾਂ ਲਗਾਤਾਰ ਚੱਲਦੇ ਆ 48 ਘੰਟੇ, ਜਿਸ ਦਿਨ ਰੱਖਦੇ ਆ ਉਹ ਸਾਰਾ ਦਿਨ ਸਾਰੀ ਰਾਤ, ਫਿਰ ਅਗਲਾ ਦਿਨ ਵੀ ਸਾਰੀ ਰਾਤ। ਫਿਰ ਉਸ ਟਾਈਮ 'ਤੇ ਸੁਖਾਸਨ ਨਹੀਂ ਕਰਨਾ ਗੁਰੂ ਸਾਹਿਬ ਦਾ, ਗੁਰੂ ਸਾਹਿਬ ਦਾ ਪ੍ਰਕਾਸ਼ ਹੀ ਹੋਇਆ ਰਹਿਣ ਦੇਣਾ। ਉਹ 2-3 ਦਿਨ ਜਿਹੜੇ ਹੈ ਉਦੋਂ ਗੁਰੂ ਮਹਾਰਾਜ ਦਾ ਸੁਖਾਸਨ ਨਹੀਂ ਕਰਨਾ। ਕਿਉਂ? ਕਿਉਂਕਿ ਇੱਕ ਖਾਸ ਮੰਤਵ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਨੂੰ ਲੋੜ ਹੈ। ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਠੀਆ ਸਿੰਘ ਪਾਠ ਕਰ ਰਿਹਾ, ਅਖੰਡ ਪਾਠ ਰੱਖਿਆ ਗਿਆ। ਅਖੰਡ ਪਾਠ ਦਾ ਮਤਲਬ ਹੈ, ਅੱਗੇ ਕਰਾਂਗੇ ਅਸੀਂ, ਕਿ ਅਖੰਡ ਚੱਲਣਾ ਬਿਨਾਂ ਰੁਕੇ, 1 ਮਿੰਟ ਦਾ 1 ਸੈਕਿੰਡ ਦਾ ਵੀ ਰੁਕਣਾ ਨਹੀਂ ਹੈ। ਉੱਦਾਂ ਬਾਣੀ ਪੜ੍ਹਦੇ ਪੌਜ਼ ਲੈਣਾ, ਲੇਕਿਨ ਪਾਠ ਨੂੰ ਵਿੱਚੇ ਰੋਕ ਨਹੀਂ ਦੇਣਾ, ਪਾਠ ਨੂੰ ਵਿੱਚੇ ਰੋਕ ਕੇ ਆਪਣੇ ਹੋਰ ਕੰਮ ਨਹੀਂ ਕਰਨੇ। ਅਖੰਡ ਦਾ ਪਾਠ ਦਾ ਮਤਲਬ ਹੈ ਅਖੰਡ, ਕਿ ਇੱਕ ਸਿੰਘ ਉੱਠ ਰਿਹਾ, ਹੋਰ ਕੋਈ ਸੰਗਤ ਆ ਕੇ ਬੈਠ ਰਹੀ ਹੈ, ਉਹਨਾਂ ਨੇ ਆਪਣਾ ਟਾਈਮ ਲਗਾਇਆ ਜਿੰਨੀ ਦੇਰ ਪਾਠ ਕਰ ਸਕਦੇ ਆ, ਫਿਰ ਹੋਰ ਸੰਗਤ ਕੋਈ ਆ ਕੇ ਪਾਠ ਕਰ ਰਹੀ ਹੈ, ਉਹ ਕੰਟੀਨਿਊ ਚੱਲਦਾ ਜਾਏਗਾ, ਉਦੋਂ ਸੁਖਾਸਨ ਨਹੀਂ ਕਰਨਾ। ਠੀਕ ਹੈ ਜੀ। ਹਾਂਜੀ, ਅੱਗੇ ਹੈ ਸਾਡੇ ਕੋਲ ਆਮ ਤੌਰ 'ਤੇ ਰਹਿਰਾਸ ਦੇ ਪਾਠ ਮਗਰੋਂ ਸੁਖਾਸਨ ਕੀਤਾ ਜਾਂਦਾ ਹੈ। ਕਈ ਵਾਰ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਕੀਰਤਨ ਵੀ ਹੋ ਗਿਆ, ਰਹਿਰਾਸ ਦਾ ਪਾਠ ਵੀ ਹੋ ਗਿਆ, ਕਥਾ ਵਿਚਾਰ ਵੀ ਹੋ ਗਈ, ਹੁਣ ਸੋਹਿਲਾ ਸਾਹਿਬ ਦੇ ਪਾਣੀ ਦੀ ਵਾਰੀ ਹੈ। ਠੀਕ ਹੈ ਜੀ। ਅਤੇ ਫਿਰ ਹੈ ਜਦ ਤੱਕ ਗ੍ਰੰਥੀ ਜਾਂ ਸੇਵਾਦਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਲਈ ਹਾਜ਼ਰ ਰਹਿ ਸਕੇ ਜਾਂ ਪਾਠੀਆਂ ਦਰਸ਼ਨ ਕਰਨ ਵਾਲਿਆਂ ਦੀ ਆਵਾਜਾਈ ਰਹੇ ਤਾਂ ਜਾਂ ਬੇਅਦਬੀ ਦਾ ਖਤਰਾ ਨਾ ਹੋਵੇ, ਤਦ ਤੱਕ ਪ੍ਰਕਾਸ਼ ਰਹੇ। ਜਦੋਂ ਤੱਕ ਤੁਹਾਨੂੰ ਪਤਾ ਹੈ ਸੰਗਤ ਆ ਜਾ ਰਹੀ ਹੈ, ਸੰਗਤ ਇਸ ਟਾਈਮ ਤੱਕ ਆਉਂਦੀ ਜਾਂਦੀ ਰਹਿੰਦੀ ਹੈ। ਠੀਕ ਹੈ ਜੀ। ਅਤੇ ਪਾਠੀ ਵੀ ਉਦੋਂ ਤੱਕ ਉੱਥੇ ਬੈਠਦੇ ਆ, ਕੀਰਤਨ ਕਥਾ ਵਿਚਾਰ ਦੀਵਾਨ ਲੱਗਦੇ ਆ, ਉਦੋਂ ਤੱਕ ਪ੍ਰਕਾਸ਼ ਰਵੇ। ਉਸ ਤੋਂ ਬਾਅਦ ਫਿਰ ਪ੍ਰਕਾਸ਼ ਨੂੰ ਸੁਖਾਸਨ ਕਰ ਦਿਓ। ਉਪਰੰਤ ਸੁਖਾਸਨ ਕਰ ਦੇਣਾ ਉਚਿਤ ਹੈ ਤਾਂ ਜੋ ਬੇਅਦਬੀ ਨਾ ਹੋਵੇ। ਹੁਣ ਆਪਾਂ ਸੁਖਾਸਨ ਕਿਉਂ ਕਰਦੇ ਹਾਂ ਗੁਰੂ ਮਹਾਰਾਜ ਦਾ, ਕਿ ਗੁਰੂ ਮਹਾਰਾਜ ਦੇ ਗ੍ਰੰਥ ਸਾਹਿਬ ਜੀ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਹੋਵੇ। ਕੋਈ ਚੋਰੀ ਆ ਕੇ ਰਾਤ ਨੂੰ ਜਿਵੇਂ ਸਭ ਸੌ ਜਾਂਦੇ ਆ, ਸਾਰੀ ਸੰਗਤ ਆਪਣੇ ਘਰ ਵਾਪਸ ਆ ਜਾਂਦੀ ਹੈ, ਪਾਠੀ ਸਿੰਘ ਜਿਹੜੇ ਹੁੰਦੇ ਆ, ਜਿਨ੍ਹਾਂ ਦੀ ਡਿਊਟੀ ਹੁੰਦੀ ਹੈ, ਜਿਹੜੇ ਸੇਵਾਦਾਰ ਹੁੰਦੇ ਆ, ਉਹ ਵੀ ਆਪਣਾ ਸੌਣ ਨੂੰ ਚਲੇ ਜਾਂਦੇ ਆ ਰਾਤ ਨੂੰ, ਅਤੇ ਉਹ ਸਾਰੀ ਰਾਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਅਲੱਗ ਸੱਚਖੰਡ ਦੇ ਵਿੱਚ, ਇੱਕ ਸੁਖਾਸਨ ਵਾਲੇ ਰੂਮ ਦੇ ਵਿੱਚ, ਉੱਥੇ ਸੁਖਾਸਨ ਕਰ ਦਿੱਤਾ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਦਾ। ਠੀਕ ਹੈ ਜੀ। ਅਤੇ ਉਹ ਰੂਮ ਨੂੰ ਲੋਕ ਲਗਾ ਦਿੱਤਾ ਜਾਂਦਾ ਕਿ ਕੋਈ ਉੱਥੇ ਆ ਕੇ ਬੇਅਦਬੀ ਨਾ ਕਰੇ। ਅਤੇ ਆਪਾਂ ਬੇਅਦਬੀ ਤੋਂ ਬਚਾਉਣ ਵਾਸਤੇ ਸੁਖਾਸਨ ਕਰਦੇ ਹਾਂ ਕਿ ਗੁਰੂ ਮਹਾਰਾਜ ਜੀ ਦਾ ਹੁਣ ਸੁਖਾਸਨ ਕਰ ਦਿੱਤਾ, ਪੂਰੀ ਸੇਫਟੀ ਹੈ, ਹੁਣ ਕੁਛ ਨਹੀਂ ਹੋਏਗਾ। ਨਹੀਂ ਤਾਂ ਆਪਾਂ ਕਿੰਨੇ ਗੁਰਦੁਆਰਿਆਂ 'ਚ ਦੇਖਦੇ ਹਾਂ ਦਿਨ ਬ ਦਿਨ ਹੀ, ਮਤਲਬ ਦਿਨ ਹੀ ਭਾਵੇਂ ਜਦੋਂ ਸੰਗਤ ਥੋੜ੍ਹੀ ਬਹੁਤ ਆਉਂਦੀ ਜਾਂਦੀ ਹੈ, ਵਿੱਚੋਂ ਹੀ ਕੋਈ ਇਹੋ ਜਿਹੇ ਬੰਦੇ ਵੀ ਹੁੰਦੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਦੇ ਆ, ਅੰਗ ਫਾੜ ਦਿੰਦੇ ਆ, ਅੰਗਾਂ ਦੇ ਉੱਪਰ ਕੋਈ ਰੰਗ ਲਾ ਦਿੰਦੇ ਆ, ਕੁਛ ਕਰ ਦਿੰਦੇ ਆ। ਮਤਲਬ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪਿਆਰ ਨਹੀਂ ਹੈ, ਜਾਂ ਫਿਰ ਜਿਹੜੇ ਸਾਡੇ ਸਿੱਖਾਂ ਦੇ ਦੁਸ਼ਮਣ ਹੈ, ਉਹ ਇਹੋ ਜਿਹੇ ਕੰਮ ਕਰਦੇ ਆ। ਇਸ ਚੀਜ਼ ਤੋਂ ਬਚਾਉਣ ਵਾਸਤੇ ਅਸੀਂ ਸੁਖਾਸਨ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ। ਅਤੇ ਫਿਰ ਜਿਵੇਂ ਸਵੇਰ ਹੁੰਦੀ ਹੈ ਅੰਮ੍ਰਿਤ ਵੇਲਾ, ਤਾਂ ਭਾਈ ਜੀ ਜਿਹੜੇ ਪਾਠੀ ਸਿੰਘ ਹੁੰਦੇ ਆ ਜਾਂ ਜਿਹਨਾਂ ਦੀ ਡਿਊਟੀ ਹੁੰਦੀ ਹੈ ਸੇਵਾਦਾਰ, ਉਹ ਫਿਰ ਤੋਂ ਗੁਰੂ ਮਹਾਰਾਜ ਦੇ ਕਮਰੇ 'ਚ ਜਾ ਕੇ ਪ੍ਰਕਾਸ਼ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਆਉਂਦੇ ਆ। ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ, ਫਿਰ ਹੁਕਮਨਾਮਾ ਹੁੰਦਾ, ਫਿਰ ਉਵੇਂ ਰੂਟੀਨ ਸਾਰੀ ਚੱਲਦੀ ਹੈ, ਪੂਰਾ ਜਿਵੇਂ ਸਮਾਗਮ ਕਰਨੇ ਹੁੰਦੇ ਆ ਸਾਰੇ। ਨੈਕਸਟ ਹੈ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਨਮਾਨ ਨਾਲ ਪ੍ਰਕਾਸ਼ਿਆ, ਪੜ੍ਹਿਆ ਅਤੇ ਸੰਤੋਖਿਆ ਜਾਵੇ। ਪ੍ਰਕਾਸ਼ ਲਈ ਜ਼ਰੂਰੀ ਹੈ ਕਿ ਸਾਫ਼ ਸੁਥਰਾ ਅਸਥਾਨ ਹੋਵੇ, ਉੱਪਰ ਚਾਂਦਨੀ ਹੋਵੇ, ਪ੍ਰਕਾਸ਼ ਮੰਜੀ ਸਾਹਿਬ 'ਤੇ ਸਾਫ਼ ਸੁਥਰੇ ਬਸਤਰ ਵਿਛਾ ਕੇ ਹੋਵੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲ ਕੇ ਪ੍ਰਕਾਸ਼ਣ ਲਈ ਗਦੇਲੇ ਆਦਿ ਸਮਾਨ ਵਰਤੇ ਜਾਣ, ਅਤੇ ਉੱਪਰ ਲਈ ਰੁਮਾਲ ਹੋਵੇ। ਰੁਮਾਲਾ ਸਾਹਿਬ ਜਿਹਨੂੰ ਅਸੀਂ ਬੋਲਦੇ ਹਾਂ। ਜਦ ਪਾਠ ਨਾ ਹੁੰਦਾ ਹੋਵੇ ਤਾਂ ਉੱਤੇ ਰੁਮਾਲ ਪਿਆ ਰਹੇ। ਪ੍ਰਕਾਸ਼ ਵੇਲੇ ਚੌਰ ਵੀ ਚਾਹੀਦਾ ਹੈ। ਹਾਂਜੀ, ਪ੍ਰਕਾਸ਼ ਕਰਨ ਦੀ ਵਿਧੀ ਦੱਸੀ ਗਈ ਹੈ। ਜਿਹੜੀ ਰਹਿਤ ਮਰਿਆਦਾ ਹੁੰਦੀ ਹੈ ਨਾ, ਰਹਿਤ ਮਰਿਆਦਾ ਦਾ ਆਪਸ 'ਚ ਮਤਲਬ ਹੀ ਹੈ ਕਿ ਕਿਹੜੀਆਂ ਰਹਿਤਾਂ, ਕਿਹੜੀ ਮਰਿਆਦਾ ਦੇ ਵਿੱਚ ਰਹਿ ਕੇ ਅਸੀਂ ਸਭ ਕੁਝ ਕਰਨਾ, ਕਿ ਕਿਹੜੇ ਰੂਲਸ ਫੋਲੋ ਕਰਨੇ ਆ, ਕਿਹੜੀਆਂ ਚੀਜ਼ਾਂ ਕੰਪਲਸਰੀ ਹੈ ਸਾਰਾ ਕੁਝ ਕਰਨਾ, ਉਹ ਸਾਡੀ ਰਹਿਤ ਮਰਿਆਦਾ ਤੋਂ ਪਤਾ ਲੱਗਦਾ। ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਪ੍ਰਕਾਸ਼ ਕਰਨਾ ਨਾ, ਸਨਮਾਨ ਨਾਲ ਕਰਨਾ। ਇਹ ਨਹੀਂ ਕਿ ਆਮ ਬੰਦੇ ਵਾਂਗ ਕੇ ਆਮ ਬੰਦਾ ਚੱਲ ਰਿਹਾ ਹੈ ਉਵੇਂ, ਨਹੀਂ ਜੀ। ਜਦੋਂ ਪ੍ਰਕਾਸ਼ ਕਰਨਾ ਗੁਰੂ ਮਹਾਰਾਜ ਦਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਸੁਖਾਸਨ ਰੂਮ 'ਚੋਂ
लेके आना है अपने अस्थान ते जिथे प्रकाश करना, तो सतनाम वाहिगुरू का जाप करना है, नाल चौर साहिब करनी है, बहुत ही सन्मान नाल रिस्पैक्ट नाल गुरु ग्रंथ साहिब जी नूं लैके आना, तो पढ़ना भी सन्मान नाल है, ध्यान नाल पढ़ना है, तो संतोखिया जाए। संतोखिया का मतलब है सुखासन करना। प्रकाश लई जरूरी है साफ सुथरा स्थान, साफ सुथरी बिल्कुल सफाई होवे जिस स्थान ते प्रकाश करना। तो उस तो बाद जिहड़ा पीढ़ा साहिब रखिया हुंदा गुरु ग्रंथ साहिब जी का, जिथे गुरु ग्रंथ साहिब जी नूं प्रकाशन करना हुंदा, प्रकाश करना हुंदा उन्हां दा, ओह पीढ़ा साहिब हुंदा जिहड़ा लक्कड़ दा बनिया हुंदा, ठीक है। उहदे उपर तुसीं कोई गदेला या कोई तलाई वर्गा कुछ स्टफ मोटा या फिर कोई गद्दे इदां दी कोई चीज़ बिछाओ कि पोला पोला रवे। उस तो बाद थोड़े सराहने जिहड़े हुंदे आ गुरु ग्रंथ साहिब जी दे, वो सराहने इस्तेमाल करो, साफ सुथरा चिट्टा कपड़ा बिछाओ, अच्छी तरह उहदी बिल्कुल सफाई करके बिल्कुल क्लीनली और चीज़ां डाया होण। उस तो बाद गुरु ग्रंथ साहिब जी का प्रकाश होवे, पलकां रखो गुरु ग्रंथ साहिब जी दे, जिहड़ा स्टार्टिंग वाला हुंदा एक अंग ते जिहड़ा एंड वाला एक अंग हुंदा जिथे जिलत लगी हुंदी है पूरी, उत्थे भी पलकां रखो। उस तो बाद उपर गुरु ग्रंथ साहिब जी दे उपर अंग जदों आपां अंग भी सैट करने हैं, उदों अंगां नूं भी इक्वल कर देना। जिद्दां आपां एक बुक खोलते हैं ना, गुरु महाराज जी बुक नहीं हैं लेकिन, पर गुरु ग्रंथ साहिब जी दे जो आपां प्रकाश करते हैं गुरु ग्रंथ साहिब जी का, तो थोड़े जे अंग इधर लैफ्ट साइड ते, थोड़े जे अंग राइट साइड ते, मतलब एवें इक्वल करके रखने हैं कि कोई ज़्यादा कोई घट ना होण इक्वल। जरूरी नहीं कि आपां नंबरां दे विच मैच करने हैं इक्वल, अपने अंदाजे दे नाल ही थोड़े इक्वल कर देने हैं कि उच्चा नीवा ना लगे। उस तो बाद उहदे उपर रुमाला साहिब जी नूं आपां बोलते हैं, रुमाला साहिब दे नाल गुरु ग्रंथ साहिब जी नूं अच्छी तरह कवर कर देना। अगर किसी ने उत्थों जाके सहज पाठ करना है, कोई भी पाठ करना है, तो रुमाला साहिब चुक के तुसीं पाठ कर सकते हो। फिर जो तुहाडा पाठ हो गया, तुसीं हुण उत्थे नहीं बैठना, तो गुरु ग्रंथ साहिब जी नूं रुमाला साहिब दे नाल ढक देना है, ठीक है जी। ये है गुरु महाराज नूं उन्हां दा सन्मान करना, उन्हां दी रिस्पैक्ट करनी। उस तो बाद अगे है, जब पाठ ना हुंदा होवे तां रुमाल जिहड़ा है गुरु ग्रंथ साहिब जी नूं कवर कर देना उहदे नाल। प्रकाश वेले चौर साहिब भी चाहिए। जब आपां प्रकाश करते हैं गुरु ग्रंथ साहिब जी नूं, आपां देखते हैं दरबार साहिब दीयां बहुत वीडियोज़ वायरल होंदियां कि गुरु ग्रंथ साहिब जी ने जदों अकाल तखत साहिब तो उन्हां दे सचखंड तो जदों नीचे अंदर प्रकाश करने वास्ते लैके जाया जाता है, तो उन्होंने एक पालकी दे विच लैके जाया जाता है, जिन्हों किन्ने ही सिंह मोढा लगाते हैं, उन्होंने पालकी दे विच चुक्या हुंदा है। उस तो बाद नाल एक सिंह जिहड़े है वो चौर साहिब भी नाल करते हैं। आपां देखते हैं ना जदों उन्होंने अंदर लैके जाते हैं, तो नाल पिछों एक सिंह है जिहड़ा वो अपना हाथ उच्चा करके चौर साहिब करता है ना। तो ये चौर साहिब करना भी बहुत जरूरी है जदों गुरु ग्रंथ साहिब जी नूं छड्डण जाना सुखासन दे रूम च, जदों उन्होंने लैण जाना। नैक्सट है जी साडे कोल उपर दसे समान तो इलावा धूप जां दीवे मचा के आरती करनी, भोग लाउणा, जोतां जगाणियां, टल खड़काने आदि कर्म गुरमत अनुसार नहीं हैं। हाँ, स्थान नूं सुगंधित करन लई फुੱਲ धूप आदि सुगंधियां वरतनियां भी वर्जित नहीं। कमरे अंदर रोशनी लई तेल घी जां मोमबत्ती बिजली लैंप आदि जगा लेने चाहिए हैं, ठीक है जी। असीं जोतां जगाणियां नूं इंपोर्टेंस नहीं देनी। जो है इहदे विच धूप कहने आपां, धूप दीवे मचा के आरती करनी नहीं, आरती करना मना है, कोई आरती नहीं करनी, कोई धूफ दीवे नहीं बालने। वैसे अगर आप चाहते हैं खुशबू रवे अंदर, सुगंधी रवे, खुशबू रवे, उहदे लई आपां सेंट भी छिड़क सकते हैं गुरु ग्रंथ साहिब जी के आस पास या रुमाले साहिब ते। उस तो इलावा धूफ बाल सकते हैं, अगरबत्ती बाल सकते हैं, ठीक है जी। तो वो सब चीज़ां मना नहीं हैं, लेकिन इदां दे टल खड़काने, टल्लियां खड़कानियां कि घंटी लगी हुई है ये खड़कानियां नहीं, ये सब कुछ गुरमत नहीं है, ये सब कुछ मनमत है। कमरे अंदर अगर आप रोशनी करनी चाहते हैं, आप तेल घ्यो मोमबत्ती कुछ भी बाल सकते हैं कि जिहदे नाल रोशनी हो जाए। बिजली लैंप आदि जगा लेने चाहिए हैं, ठीक है जी। आप लाइट्स जगा सकते हैं अगर आप रोशनी करके रखनी है कमरे दे विच। ते इस तो अगे है गुरु ग्रंथ साहिब जी की वाकर तुल किसी पुस्तक नूं स्थापन नहीं करना। गुरु महाराज जी जिस लैवल ते हैं, जिस लैवल ते गुरु महाराज जी हैं, उस दे इक्वल ते कोई भी होर पुस्तक नूं आपां स्थापन नहीं करना। गुरुद्वारे विच कोई मूर्ति पूजा जां होर गुरमत दे विरुद्ध कोई भी रीति जां संस्कार ना होवे, ना ही कोई अनमत दा त्यौहार मनाया जावे। हाँ, किसी मौके ते इकत्तरता नूं गुरमत दे प्रचार लई वरतना अयोग नहीं। हुण गुरु ग्रंथ साहिब जी नूं आपां किसी होर पुस्तक का स्थान नहीं देना। जो स्थान गुरु ग्रंथ साहिब जी का है ना, उस स्थान पर आपां किसी भी पुस्तक नूं नहीं रखना, चाहे वो कोई भी धर्म की पुस्तक है, बाइबल है या फिर गीता है, कोई भी चीज़ है, उसनूं आपां गुरु ग्रंथ साहिब जी का स्थान नहीं दे सकते, ठीक है जी।
ਕੋਈ ਮੂਰਤੀ ਪੂਜਾ ਨਹੀਂ ਕਰਨੀ। ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਅਤੇ ਅਸੀਂ ਜੀ ਆਪਣੀਆਂ ਮੂਰਤੀਆਂ ਲੈ ਕੇ ਆ ਰਹੇ ਹਾਂ, ਗੁਰੂ ਗੋਬਿੰਦ ਸਿੰਘ ਜੀ ਦੀ, ਗੁਰੂ ਨਾਨਕ ਦੇਵ ਜੀ ਦੀ ਮੂਰਤੀਆਂ ਲੈ ਕੇ ਆ ਰਹੇ ਹਾਂ, ਉਹਨਾਂ ਨੂੰ ਵੀ ਉਹਨਾਂ ਦੇ ਉਹ ਸਜਾ ਰਹੇ ਹਾਂ, ਉਹਨਾਂ ਤੋਂ ਵੀ ਉੱਪਰ ਸਜਾ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦਾ ਜਿੱਥੇ ਅਸਥਾਨ ਬਣਾਇਆ ਉਹਦੇ ਨਾਲ ਹੀ ਕਿਤੇ ਹੋਰ ਜਗ੍ਹਾ ਹੈਗੀ ਹੈ, ਮੂਰਤੀਆਂ ਨੂੰ ਉਹਨਾਂ ਤੋਂ ਉੱਪਰ ਉਠਾ ਰਹੇ ਹਾਂ। ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਭ ਤੋਂ ਟੌਪ 'ਤੇ ਰਹਿਣਗੇ, ਸਭ ਤੋਂ ਟੌਪ 'ਤੇ ਉਹੀ ਹਨ, ਅਤੇ ਮੂਰਤੀਆਂ ਉੱਥੇ ਗੁਰਦੁਆਰੇ ਸਾਹਿਬ 'ਚ ਨਹੀਂ ਰੱਖਣੀਆਂ। ਠੀਕ ਹੈ ਜੀ। ਮੂਰਤੀ ਪੂਜਾ ਕਰਨਾ ਮਨਾ ਹੈ, ਮੂਰਤੀਆਂ ਦੀ ਪੂਜਾ ਨਹੀਂ ਕਰਨੀ ਚਾਹੀਦੀ, ਮੂਰਤੀਆਂ ਨੂੰ ਪੂਜਣਾ ਨਹੀਂ ਹੈ। ਅੱਗੇ ਹੈ ਮੂਰਤੀ ਪੂਜਾ ਗੁਰਮਤ ਨਹੀਂ ਹੈ। ਹਾਂ, ਮੂਰਤੀਆਂ ਜਿਹੜੇ ਗੁਰਦੁਆਰੇ 'ਚ ਮੂਰਤੀਆਂ ਬਣਾਈਆਂ ਗਈਆਂ ਜਾਂ ਜੋ ਵੀ ਚੀਜ਼ਾਂ ਬਣਾਈਆਂ ਗਈਆਂ ਉਹ ਕਿਉਂ ਬਣਾਈਆਂ ਗਈਆਂ? ਇਤਿਹਾਸ ਦੱਸਣ ਵਾਸਤੇ। ਅਗਰ ਕੋਈ ਖਾਸ ਗੁਰਦੁਆਰੇ ਸਾਹਿਬ ਹਨ, ਉੱਥੇ ਮੂਰਤੀਆਂ ਬਣਾਈਆਂ ਗਈਆਂ ਕਿ ਇਸ ਗੁਰਦੁਆਰੇ ਦੇ ਵਿੱਚ ਐਵੇਂ ਸਿੱਖਾਂ ਨੇ ਸ਼ਹੀਦੀਆਂ ਪਾਈਆਂ ਸੀ, ਐਵੇਂ ਉਹਨਾਂ ਦੇ ਗਲਾਂ ਦੇ ਵਿੱਚ ਹਾਰ ਪਾਏ ਗਏ ਸੀ ਬੱਚਿਆਂ ਦੇ ਟੋਟੇ ਟੋਟੇ ਕਰਕੇ। ਕੋਈ ਵੀ ਗੁਰਦੁਆਰਾ ਸਾਹਿਬ 'ਚ ਅਗਰ ਮੂਰਤੀਆਂ ਉਹ ਬਣੀਆਂ ਹੋਈਆਂ, ਉਹ ਸਿਰਫ ਇੱਕ ਇਤਿਹਾਸ ਦੱਸਣ ਵਾਸਤੇ ਬਣੀਆਂ ਗਈਆਂ। ਅਸੀਂ ਉਹ ਮੂਰਤੀਆਂ ਦੀ ਪੂਜਾ ਕਰਨੀ ਨਹੀਂ ਸ਼ੁਰੂ ਕਰ ਦੇਣੀ। ਉਹ ਮੂਰਤੀਆਂ ਨੂੰ ਰੱਬ ਨਹੀਂ ਮੰਨਣਾ, ਉਹ ਮੂਰਤੀਆਂ ਹਨ, ਰੱਬ ਨਹੀਂ ਹਨ। ਠੀਕ ਹੈ। ਰੱਬ ਜਾਂ ਪਰਮਾਤਮਾ ਦਾ ਦਰਜਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤਾ ਗਿਆ ਅਤੇ ਉਹਨਾਂ ਨੂੰ ਹੀ ਮਿਲੇਗਾ। ਅੱਗੇ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਕੱਕਾ ਵਾਲਾ ਪੁਆਇੰਟ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਘੂੜੇ ਦੇ ਪਾਵਿਆਂ ਨੂੰ ਮੁੱਠੀਆਂ ਭਰਨੀਆਂ, ਕੰਧਾਂ ਜਾਂ ਥੜਿਆਂ 'ਤੇ ਨੱਕ ਰਗੜਨਾ, ਮੁੱਠੀਆਂ ਭਰਨੀਆਂ, ਮੰਜੀ ਸਾਹਿਬ ਹੇਠਾਂ ਪਾਣੀ ਰੱਖਣਾ, ਗੁਰਦੁਆਰਿਆਂ ਵਿੱਚ ਮੂਰਤੀਆਂ ਬੁੱਤ ਬਣਾਉਣੀਆਂ ਜਾਂ ਰੱਖਣੀਆਂ, ਗੁਰੂ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣਾ, ਇਹੋ ਜਿਹੇ ਕਰਮ ਕਰਨਾ ਮਨਮਤ ਹੈ। ਹਾਂਜੀ, ਤੁਹਾਨੂੰ ਕੁਐਸਚਨ ਇਹੀ ਪੁੱਛਿਆ ਜਾ ਸਕਦਾ। ਇਹ ਸਾਡੀ ਉੱਪਰ ਲਾਈਨ ਲਿਖੀ ਹੋਏਗੀ, ਫਿਰ ਪੁੱਛਿਆ ਜਾਏਗਾ ਇਹ ਗੁਰਮਤ ਹੈ ਜਾਂ ਮਨਮਤ ਹੈ। ਕੀ ਪੁਆਇੰਟ ਕੀ ਹੈ ਕਿ ਜਿਹੜੇ ਪਾਵੇ ਹੈ, ਪੰਘੂੜੇ ਦੇ ਪਾਵੇ, ਜਿਹੜਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ਮਾਨ ਕੀਤਾ ਹੁੰਦਾ, ਜਿਹੜਾ ਉਹ ਵੁੱਡ ਦਾ ਹੁੰਦਾ ਹੈ ਨਾ, ਉਹਦੇ ਜਿਹੜੇ ਪਾਵੇ ਹੁੰਦੇ ਆ ਉਹਨਾਂ ਨੂੰ ਮੁੱਠੀਆਂ ਨਹੀਂ ਭਰਨੀਆਂ। ਕਈ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਕਰਨ ਜਾਂਦੇ ਆ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਜਿਹੜਾ ਉਹਨਾਂ ਦਾ ਪਾਵਾ ਬਣਿਆ ਹੁੰਦਾ ਪੀੜਾ ਸਾਹਿਬ ਦਾ, ਪੀੜਾ ਸਾਹਿਬ ਦੇ ਉਹਨਾਂ ਦੇ ਜਿਹੜੇ ਪਾਵੇ ਬਣੇ ਹੁੰਦੇ ਆ ਨਾ, ਉਹ ਉਹਨਾਂ ਨੂੰ ਫੜ ਕੇ ਉੱਥੋਂ ਦੀ ਮੁੱਠੀ ਭਰ ਕੇ ਇੱਦਾਂ ਮੱਥਾ ਟੇਕਣ ਲੱਗ ਪੈਂਦੇ ਆ। ਨਹੀਂ, ਇਹ ਗਲਤ ਹੈ। ਆਪਾਂ ਐਵੇਂ ਨਹੀਂ ਕਰਨਾ। ਕਿਸੇ ਵੀ ਕੰਧ ਨੂੰ, ਕਿਸੇ ਵੀ ਥੜੇ 'ਤੇ ਮੱਥਾ ਨਹੀਂ ਟੇਕਣਾ, ਆਪਣੇ ਨੱਕ ਨਹੀਂ ਰਗੜਨਾ, ਮੁੱਠੀਆਂ ਨਹੀਂ ਭਰਨੀਆਂ ਉੱਥੋਂ ਦੀ, ਮੰਜੀ ਸਾਹਿਬ ਹੇਠਾਂ ਪਾਣੀ ਨਹੀਂ ਰੱਖਣਾ, ਕੋਈ ਵੀ ਵਹਿਮ ਭਰਮ ਨਹੀਂ ਕਰਨਾ। ਗੁਰਦੁਆਰਿਆਂ ਵਿੱਚ ਮੂਰਤੀਆਂ ਬੁੱਤ ਬਣਾਉਣੀਆਂ ਜਾਂ ਰੱਖਣੀਆਂ ਇਹ ਮਨਮਤ ਹੈ। ਕਿਸੇ ਦੀਆਂ ਤਸਵੀਰਾਂ ਅੱਗੇ ਵੀ ਮੱਥੇ ਨਹੀਂ ਟੇਕਣਾ, ਨਾ ਮੂਰਤੀਆਂ ਅੱਗੇ ਮੱਥੇ ਟੇਕਣੇ ਆ, ਨਾ ਕੋਈ ਤਸਵੀਰਾਂ ਅੱਗੇ ਮੱਥੇ ਟੇਕਣੇ ਆ। ਜੋ ਤਸਵੀਰ ਲਗਾਈ ਗਈ ਹੈ ਉਹ ਸਿਰਫ ਇਸ ਮੰਤਵ ਕਰਕੇ ਲਗਾਈ ਜਾਂਦੀ ਹੈ ਕਿ ਸਾਨੂੰ ਥੋੜ੍ਹਾ ਇਮੈਜੀਨੇਸ਼ਨ ਆਪਾਂ ਕਰ ਸਕੀਏ ਕਿ ਜਿਹੜੇ ਗੁਰੂ ਸਾਹਿਬ ਜੀ ਆ ਉਹ ਐਵੇਂ ਦੇ ਸਨ, ਇਹ ਗੁਰਦੁਆਰਾ ਇਹਨਾਂ ਦੇ ਰਿਲੇਟਿਡ ਹੈ। ਬਸ ਇਹ ਇਮੈਜੀਨੇਸ਼ਨ ਵਾਸਤੇ, ਥੋੜ੍ਹੀ ਨੌਲੇਜ ਜਾਣਨ ਵਾਸਤੇ ਕਿ ਇਹ ਜਿਹੜਾ ਗੁਰਦੁਆਰਾ ਇਹਨਾਂ ਨੂੰ ਸੰਬੋਧਨ ਕਰਦਾ ਹੈ, ਇਸ ਕਰਕੇ ਉਹ ਮੂਰਤੀਆਂ ਦੇ ਵਿੱਚੋਂ, ਫੋਟੋਆਂ ਵਿੱਚੋਂ ਆਪਾਂ ਮੱਥੇ ਨਹੀਂ ਟੇਕਣ ਲੱਗ ਪੈਣਾ। ਠੀਕ ਹੈ ਜੀ। ਇਹ ਸਾਰੇ ਕੰਮ ਮਨਮਤ ਹਨ। ਅਤੇ ਜਿਹੜੀਆਂ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣਾ ਇਹ ਵੀ ਮਨਾ ਹੈ। ਜਿਵੇਂ ਐਗਜ਼ਾਮਪਲ ਹੈ, ਕਿਸੇ ਦਾ ਭੋਗ ਹੁੰਦਾ ਗੁਰਦੁਆਰਾ ਸਾਹਿਬ, ਆਪਾਂ ਭੋਗ ਰਖਵਾਉਂਦੇ ਹਾਂ, ਕਿਸੇ ਦੀ ਡੈਥ ਹੋ ਗਈ, ਕੋਈ ਬਜ਼ੁਰਗ ਹੈ ਜਾਂ ਕਿਸੇ ਦੀ ਵੀ ਡੈਥ ਹੋ ਜਾਂਦੀ ਹੈ, ਉਹਨਾਂ ਦੀ ਇੱਕ ਫੋਟੋ ਲਿਆ ਕੇ ਆਪਾਂ ਗੁਰਦੁਆਰੇ ਰੱਖ ਦਿੰਦੇ ਹਾਂ। ਚਲੋ ਗੁਰਦੁਆਰੇ ਰੱਖ ਦਿੰਦੇ ਹਾਂ ਕਿ ਪਤਾ ਲੱਗ ਜਾਏ ਕਿ ਸੰਗਤ ਨੂੰ ਕਿ ਹਾਂਜੀ ਇਹਨਾਂ ਦੀ ਡੈਥ ਹੋਈ ਹੈ, ਲੇਕਿਨ ਉਹਨਾਂ ਦੀ ਫੋਟੋ ਨੂੰ ਮੱਥੇ ਨਹੀਂ ਟੇਕਣਾ। ਅਗਰ ਉਹ ਤੁਹਾਡੇ ਕੁਛ ਵੀ ਲੱਗਦੇ ਸਨ, ਉਹ ਤੁਹਾਡੇ ਦਿਲ 'ਚ ਹੋਣਾ ਚਾਹੀਦਾ, ਅੱਗੇ ਉਹਨਾਂ ਦੇ ਮੱਥੇ ਨਹੀਂ ਟੇਕਣੇ। ਠੀਕ ਹੈ ਜੀ। ਇਹ ਮਨਮਤ ਹੈ, ਮੱਥੇ ਟੇਕਣੇ ਮਨਮਤ ਹੈ। ਅੱਗੇ ਖੱਖਾ ਪੁਆਇੰਟ, ਇੱਕ ਤੋਂ ਦੂਜੀ ਥਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਜਾਣ ਵੇਲੇ ਅਰਦਾਸ ਕਰਨੀ ਚਾਹੀਦੀ ਹੈ। ਜਿਸ ਨੇ ਸਿਰ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚੁੱਕਿਆ ਹੋਵੇ ਉਹ ਨੰਗੇ ਪੈਰੀਂ ਚੱਲੇ, ਪਰ ਜੇਕਰ ਕਿਸੇ ਮੌਕੇ ਜੋੜੇ ਪਾਉਣ ਦਾ ਅਤਿ ਲੋੜ ਪੈ ਜਾਵੇ ਤਾਂ ਭਰਮ ਨਹੀਂ ਕਰਨਾ। ਇਹ ਵੀ ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿ ਅਗਰ ਆਪਾਂ ਇੱਕ ਤੋਂ ਦੂਜੀ ਜਗ੍ਹਾ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਾ ਰਹੇ ਹਾਂ ਤਾਂ ਅਰਦਾਸ ਕੀਤੇ ਬਿਨਾਂ ਨਹੀਂ ਲੈ ਕੇ ਜਾਣਾ। ਅਰਦਾਸ ਕਰਨੀ ਹੈ ਕਿ ਗੁਰੂ ਮਹਾਰਾਜ ਜੀ ਆਪਾਂ ਤੁਸੀਂ ਇੱਥੋਂ ਦੀ ਚੱਲ ਕੇ ਸਾਡੇ ਉੱਥੇ ਸਥਾਨ 'ਤੇ ਚਰਨ ਪਾਓ, ਜਾਂ ਆਪਾਂ ਤੁਹਾਡੇ ਸਰੂਪ ਨੂੰ ਉੱਥੇ ਲੈ ਕੇ ਜਾ ਰਹੇ ਹਾਂ। ਅਰਦਾਸ ਕਰਨੀ ਹੈ ਸਭ ਤੋਂ ਪਹਿਲਾਂ। ਜਿਸ ਨੇ ਸਿਰ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੱਕਣਾ ਹੈ ਉਹ ਨੰਗੇ ਪੈਰ ਚੱਲੇ। ਅਗਰ ਨੰਗੇ ਪੈਰ ਨਹੀਂ ਜਾ ਸਕਦੇ, ਕਿਤੇ ਚਿੱਕੜ ਹੈ, ਕਿਤੇ ਰਸਤਾ ਖਰਾਬ ਹੈ, ਜਾਂ ਫਿਰ ਕੋਈ ਬਹੁਤ ਜ਼ਿਆਦਾ ਗੰਦਗੀ ਹੈ, ਤਾਂ ਚੱਪਲ ਪਾਉਣ ਤੋਂ ਸੰਕੋਚ ਨਹੀਂ ਕਰਨਾ, ਕੋਈ ਵਹਿਮ ਨਹੀਂ ਕਰਨਾ, ਕੋਈ ਭਰਮ ਨਹੀਂ ਕਰਨਾ। ਅਗਰ ਤੁਸੀਂ ਜੋੜੇ ਪਾਉਣੇ ਆ ਤੁਸੀਂ ਜੋੜੇ ਪਾ ਸਕਦੇ ਹੋ, ਬਹੁਤ ਜ਼ਿਆਦਾ ਅਗਰ ਤੁਹਾਨੂੰ ਲੋੜ ਹੈ। ਠੀਕ ਹੈ ਜੀ। ਇਹ ਨਾ ਹੋਵੇ ਕਿ ਆਪਾਂ ਇਹ ਕਹੀਏ ਕਿ ਰਹਿਤ ਮਰਿਆਦਾ 'ਚ ਤਾਂ ਲਿਖਿਆ ਕਿ ਤੁਸੀਂ ਜੋੜੇ ਨਹੀਂ ਪਾਉਣੇ, ਤਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਾਣਾ ਉਹ ਨੰਗੇ ਪੈਰ ਹੀ ਚੱਲਣ, ਅਤੇ ਪੈਰ ਬਹੁਤ ਹੀ ਜ਼ਿਆਦਾ ਗੰਦੇ ਮੰਦੇ ਹੋ ਜਾਣ ਗੁਰਦੁਆਰੇ ਜਾਣ ਤੱਕ, ਜਾਂ ਜਿੱਥੇ ਵੀ ਤੁਸੀਂ ਲੈ ਕੇ ਜਾਣਾ ਘਰ,
ਤੇ ਬਹੁਤ ਜ਼ਿਆਦਾ ਉੱਥੇ ਮਿੱਟੀ ਘੱਟਾ ਗੰਦ ਲੱਗ ਜੇ, ਹੋਰ ਬਹੁਤ ਰਸਤੇ 'ਚ ਜਿਹੜਾ ਗੰਦ ਹੁੰਦਾ ਉਹ ਲੱਗ ਜੇ, ਐਵੇਂ ਨਹੀਂ ਕਰਨਾ। ਠੀਕ ਹੈ ਜੀ। ਅੱਗੇ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸਾ ਸੋਧ ਕੇ ਪ੍ਰਕਾਸ਼ ਕੀਤਾ ਜਾਵੇ। ਪ੍ਰਕਾਸ਼ ਕਰਨ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇੱਕ ਸ਼ਬਦ ਦਾ ਵਾਕ ਲਿਆ ਜਾਵੇ। ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸ ਸੋਧ ਕੇ ਪ੍ਰਕਾਸ਼ ਕੀਤਾ ਜਾਵੇ। ਕਿਵੇਂ ਕਰੀਦਾ ਜੀ? ਸਭ ਤੋਂ ਪਹਿਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਆਪਾਂ ਲੈ ਕੇ ਆਉਂਦੇ ਹਾਂ, ਆਪਣੇ ਜਿਹੜਾ ਪੀੜਾ ਸਾਹਿਬ ਹੁੰਦਾ ਜਿੱਥੇ ਆਪਾਂ ਗੁਰੂ ਸਾਹਿਬ ਨੂੰ ਵਿਛਾਉਣਾ ਪ੍ਰਕਾਸ਼ ਕਰਨਾ ਹੁੰਦਾ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਆ ਕੇ ਪਹਿਲੇ ਉਹਨਾਂ ਦੇ ਅੱਗੇ ਅਰਦਾਸ ਕੀਤੀ ਜਾਂਦੀ ਹੈ ਕਿ ਗੁਰੂ ਮਹਾਰਾਜ ਜੀ ਆਗਿਆ ਦਿਓ, ਤੁਹਾਡਾ ਪ੍ਰਕਾਸ਼ ਕਰਨ ਜਾ ਰਹੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਪ੍ਰਕਾਸ਼ ਕਰਨ ਤੋਂ ਬਾਅਦ ਅਰਦਾਸ ਕਰਨ ਤੋਂ ਬਾਅਦ ਪ੍ਰਕਾਸ਼ ਕੀਤਾ ਜਾਵੇ। ਪ੍ਰਕਾਸ਼ ਕਰਕੇ ਫਿਰ ਵਾਕ ਲਿਆ ਜਾਵੇ, ਇੱਕ ਸ਼ਬਦ ਦਾ, ਕੋਈ ਵੀ ਸ਼ਬਦ ਦਾ ਵਾਕ ਲਿਆ ਜਾਵੇ, ਜਿਹਨੂੰ ਅਸੀਂ ਹੁਕਮਨਾਮਾ ਬੋਲਦੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਹੈ ਖੱਖੇ ਤੋਂ ਬਾਅਦ ਗੱਗਾ, ਗੱਗੇ ਤੋਂ ਬਾਅਦ ਘੱਗਾ ਪੁਆਇੰਟ। ਜਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਆਵੇ ਤਾਂ ਭਾਵੇਂ ਅੱਗੇ ਪ੍ਰਕਾਸ਼ ਹੋਇਆ ਹੋਵੇ ਜਾਂ ਨਾ, ਪਰ ਹਰ ਇੱਕ ਇਨਸਾਨ ਨੂੰ ਸਨਮਾਨ ਲਈ ਉੱਠ ਖਲੋਣਾ ਚਾਹੀਦਾ। ਹੁਣ ਜਿਵੇਂ ਅਸੀਂ ਦੇਖਦੇ ਹਾਂ ਕਿ ਗੁਰਦੁਆਰਾ ਸਾਹਿਬ ਹੈ, ਠੀਕ ਹੈ ਜੀ, ਉੱਥੇ ਅੰਦਰ ਪ੍ਰਕਾਸ਼ ਹੋਇਆ, ਲੇਕਿਨ ਸੁਖ ਆਸਨ ਅਸਥਾਨ ਤੋਂ ਜਿਹੜਾ ਸੱਚਖੰਡ ਹੈ ਉਹਨਾਂ ਦੇ ਕਮਰੇ 'ਚੋਂ ਕੋਈ ਇੱਕ ਸਰੂਪ ਲੈ ਕੇ ਕਿਸੇ ਦੇ ਘਰ ਜਾ ਰਹੇ ਹੈ, ਮਤਲਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਆਪਣੇ ਘਰ ਵਾਸਤੇ ਜਾ ਰਹੀਆਂ, ਤਾਂ ਉਹ ਜਿਹੜੇ ਰਸਤੇ ਤੋਂ ਨਿਕਲ ਕੇ ਜਾਣਗੇ ਉੱਥੇ ਜਿੰਨੀਆਂ ਵੀ ਸੰਗਤਾਂ ਉਹਨਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹਨਾਂ ਦੇ ਸਨਮਾਨ ਦੇ ਵਿੱਚ ਉਹ ਸੰਗਤਾਂ ਉੱਠ ਕੇ ਖੜੀਆਂ ਹੋਣ ਅਤੇ ਗੁਰੂ ਮਹਾਰਾਜ ਨੂੰ ਮੱਥਾ ਟੇਕਣ। ਕਿਉਂਕਿ ਚਾਹੇ ਆਪਾਂ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਲਿਆ ਇੱਕ ਵਾਰ, ਜਿਹੜਾ ਅੰਦਰ ਹਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਕੀਤਾ ਹੋਇਆ, ਲੇਕਿਨ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਕਿਤੋਂ ਵੀ ਨਿਕਲਣ, ਕਿਤੇ ਆ ਰਹੇ ਹੋਣ, ਕਿਤੋਂ ਦੀ ਜਾ ਰਹੇ ਹੋਣ, ਉਹਨਾਂ ਦਾ ਸਰੂਪ ਕਿਤੇ ਵੀ ਅਸੀਂ ਦੇਖ ਲਈਏ, ਉੱਥੇ ਹੀ ਅਸੀਂ ਖੜ੍ਹੇ ਹੋ ਕੇ ਗੁਰੂ ਮਹਾਰਾਜ ਨੂੰ ਮੱਥਾ ਟੇਕਣਾ ਹੈ। ਇਹ ਉਹਨਾਂ ਦੀ ਰਿਸਪੈਕਟ ਹੈ। ਠੀਕ ਹੈ ਜੀ। ਹਰ ਇੱਕ ਸਿੱਖ ਨੂੰ ਸਨਮਾਨ ਲਈ ਉੱਠ ਖਲੋਣਾ ਚਾਹੀਦਾ, ਖੜ੍ਹੇ ਹੋ ਕੇ ਆਪਾਂ ਜਿਹੜਾ ਗੁਰੂ ਮਹਾਰਾਜ ਨੂੰ ਮੱਥਾ ਟੇਕਣਾ, ਖੜ੍ਹੇ ਹੋਣਾ ਉਹਨਾਂ ਦਾ ਸਨਮਾਨ ਕਰਨ ਵਾਸਤੇ। ਗੁਰਦੁਆਰੇ ਅੰਦਰ ਜਾਣ ਲੱਗਿਆਂ ਜੋੜੇ ਬਾਹਰ ਲਾ ਕੇ ਸੁਥਰਾ ਹੋ ਕੇ ਜਾਣਾ ਚਾਹੀਦਾ। ਜੇ ਪੈਰ ਮੈਲੇ ਹਨ ਤਾਂ ਗੰਦੇ ਹਨ, ਧੋ ਕੇ ਜਾਣੇ ਚਾਹੀਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਅਥਵਾ ਗੁਰਦੁਆਰੇ ਨੂੰ ਆਪਣੇ ਸੱਜੇ ਪਾਸੇ ਰੱਖ ਕੇ ਪਰਿਕਰਮਾ ਕਰਨੀ ਚਾਹੀਦੀ ਹੈ। ਹੁਣ ਮੱਥਾ ਟੇਕਣ ਦਾ ਦੱਸ ਰਹੇ ਆ ਕਿ ਗੁਰਦੁਆਰੇ ਅੰਦਰ ਜਾਣ ਲੱਗਿਆਂ ਪਹਿਲੇ ਜੋੜੇ ਲਾ ਕੇ ਜਾਣੇ ਆ, ਜੋੜੇ ਪਾ ਕੇ ਨਹੀਂ ਜਾਣਾ। ਜੋੜੇ ਬਾਹਰ ਲਾ ਕੇ ਫਿਰ ਆਪਣੇ ਹੱਥ ਧੋ ਕੇ, ਆਪਣੇ ਪੈਰ ਧੋ ਕੇ ਜਾਣੇ ਆ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਾ ਗੁਰੂ ਗ੍ਰੰਥ ਸਾਹਿਬ ਜੀ ਦੇ ਜਦੋਂ ਦਰਸ਼ਨ ਕਰਨੇ ਆ ਗੁਰਦੁਆਰੇ ਜਾ ਕੇ, ਉਦੋਂ ਉਹਨਾਂ ਦੇ ਸੱਜੇ ਪਾਸੇ ਜਦੋਂ ਆਪਾਂ ਹੱਥ ਪੈਰ ਧੋ ਲਏ, ਆਪਾਂ ਅੰਦਰ ਐਂਟਰ ਕੀਤੇ, ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਾਂ, ਅਸੀਂ ਮੱਥਾ ਟੇਕਿਆ, ਪੈਸੇ ਗੋਲਕ ਦੇ ਵਿੱਚ ਪਾਏ, ਅਤੇ ਫਿਰ ਆਪਾਂ ਕਿਵੇਂ ਕਰਨਾ, ਅਸੀਂ ਸੱਜੇ ਪਾਸੇ ਰੱਖ ਕੇ, ਆਪਣੇ ਆਪ ਨੂੰ ਸੱਜੇ ਪਾਸੇ ਰੱਖ ਕੇ ਪਰਿਕਰਮਾ ਕਰਨੀ ਸਟਾਰਟ ਕਰ ਦੇਣੀ ਹੈ। ਲਾਈਕ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਹਮਣੇ ਮੈਂ ਖੜ੍ਹੀ ਹੋਈ ਹਾਂ, ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ, ਇੱਕ ਮੇਰੀ ਬਾਂਹ ਹੈ ਜਿਹੜੀ ਰਾਈਟ ਵਾਲੀ, ਇੱਕ ਮੇਰੀ ਬਾਂਹ ਹੈ ਲੈਫਟ ਵਾਲੀ। ਠੀਕ ਹੈ ਜੀ। ਤਾਂ ਅਸੀਂ ਮੱਥਾ ਟੇਕਿਆ ਅਸੀਂ ਲੈਫਟ ਸਾਈਡ ਵੱਲੋਂ ਪਰਿਕਰਮਾ ਕਰਕੇ, ਉੱਤੋਂ ਦੀ ਪਰਿਕਰਮਾ ਕਰਕੇ ਪੂਰਾ ਗੋਲ ਘੁੰਮ ਕੇ ਮੱਥਾ ਟੇਕ ਕੇ ਫਿਰ ਸੰਗਤ ਦੇ ਵਿੱਚ ਬੈਠ ਜਾਣਾ। ਠੀਕ ਹੈ ਜੀ। ਪਰਿਕਰਮਾ ਕਿਵੇਂ ਕਰਨੀ ਹੈ? ਮੱਥਾ ਟੇਕ ਰਹੇ ਹਾਂ ਆਪਾਂ, ਪੈਸੇ ਗੋਲਕ ਵਿੱਚ ਪਾਏ, ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਮੱਥਾ ਟੇਕਿਆ, ਮੱਥਾ ਟੇਕ ਕੇ ਆਪਣੇ ਲੈਫਟ ਪਾਸੇ ਉਹਦੀ ਪਰਿਕਰਮਾ ਕਰਨੀ ਸਟਾਰਟ ਕਰ ਦੇਣੀ ਹੈ। ਠੀਕ ਹੈ ਜੀ। ਮਤਲਬ ਉਲਟਾ ਯੂ ਬਣਾ ਲੈਣਾ। ਅਗਰ ਆਪਾਂ ਯੂ ਬਣਾਉਣਾ ਚਾਹੁੰਦੇ ਹਾਂ ਨਾ, ਆਪਾਂ ਇੱਕ ਯੂ ਬਣਾਉਂਦੇ ਹਾਂ ਆਪਾਂ ਆਪਣਾ ਲੈਫਟ ਤੋਂ ਰਾਈਟ ਲੈ ਕੇ ਆਉਣ ਦਾ, ਲੇਕਿਨ ਆਪਾਂ ਜਦੋਂ ਉਲਟਾ ਯੂ ਬਣਾਵਾਂਗੇ ਤਾਂ ਆਪਾਂ ਰਾਈਟ ਤੋਂ ਲੈਫਟ ਲੈ ਕੇ ਆਵਾਂਗੇ। ਮਤਲਬ ਆਪਾਂ ਜਿੱਥੇ ਵੀ ਖੜ੍ਹੇ ਹਾਂ ਉੱਥੋਂ ਦੀ ਅਸੀਂ ਆਪਣੇ ਲੈਫਟ ਪਾਸੇ ਨੂੰ ਘੁੰਮ ਕੇ ਪੂਰੀ ਉੱਪਰੋਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਪਰਿਕਰਮਾ ਕਰਕੇ ਅਤੇ ਫਿਰ ਉੱਥੇ ਖੜ੍ਹੇ ਹੋ ਕੇ ਮੱਥਾ ਟੇਕ ਕੇ ਸੰਗਤ ਵਿੱਚ ਬੈਠ ਜਾਣਾ। ਇਹ ਪਰਿਕਰਮਾ ਕਰਨੀ ਹੈ। ਠੀਕ ਹੈ ਜੀ। ਗੁਰਦੁਆਰੇ ਅੰਦਰ ਦਰਸ਼ਨਾਂ ਲਈ ਜਾਣ ਲਈ ਚੱਚਾ ਪੁਆਇੰਟ ਹੈ। ਗੁਰਦੁਆਰੇ ਅੰਦਰ ਦਰਸ਼ਨਾਂ ਲਈ ਜਾਣ ਲਈ ਕਿਸੇ ਦੇਸ਼, ਮਜ਼ਹਬ, ਜਾਤ ਵਾਲੇ ਨੂੰ ਮਨਾਹੀ ਨਹੀਂ, ਪਰ ਉਸਦੇ ਪਾਸ ਸਿੱਖ ਧਰਮ ਤੋਂ ਵਿਵਰਜਿਤ ਤੰਬਾਕੂ ਆਦਿ ਕੋਈ ਚੀਜ਼ ਨਹੀਂ ਹੋਣੀ ਚਾਹੀਦੀ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੋਈ ਵੀ ਕਰ ਸਕਦਾ ਹੈ, ਕਿਸੇ ਵੀ ਦੇਸ਼ ਦਾ, ਧਰਮ ਦਾ ਹੋਵੇ, ਕੋਈ ਵੀ ਹੋਵੇ, ਲੇਕਿਨ ਭਾਵੇਂ ਕੋਈ ਵੀ ਉਹਦੀ ਜਾਤ ਹੈ, ਕੋਈ ਜਾਤ ਵਗੈਰਾ ਕੁਛ ਨਹੀਂ ਦੇਖੀ ਜਾਂਦੀ। ਗੁਰਦੁਆਰੇ ਕੋਈ ਵੀ ਆ ਸਕਦਾ, ਲੇਕਿਨ ਉਹਦੇ ਕੋਲ ਕੋਈ ਵੀ ਐਵੇਂ ਦੀ ਚੀਜ਼ ਨਾ ਹੋਵੇ ਜਿਹੜੀ ਗੁਰਦੁਆਰੇ ਲੈ ਕੇ ਆਉਣੀ ਉਹ ਮਨਾ। ਠੀਕ ਹੈ। ਜਿਵੇਂ ਤੰਬਾਕੂ, ਬੀੜੀ, ਸਿਗਰਟ, ਕੋਈ ਵੀ ਡਰੱਗਸ, ਕਿਸੇ ਵੀ ਕਿਸਮ ਦਾ ਨਸ਼ਾ ਜਾਂ ਕੋਈ ਵੀ ਹੋਰ ਇੱਦਾਂ ਦੀ ਚੀਜ਼ ਜਿਹੜੀ ਗੁਰਦੁਆਰੇ ਲੈ ਕੇ ਆਉਣੀ ਮਨਾ ਹੈ, ਉਹ ਅੰਦਰ ਨਹੀਂ ਲੈ ਕੇ ਜਾਣੀ। ਠੀਕ ਹੈ ਜੀ। ਗੁਰਦੁਆਰੇ ਅੰਦਰ ਜਾ ਕੇ ਸਿੱਖ ਦਾ ਪਹਿਲਾ ਕਰਮ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਦਬ ਨਾਲ ਮੱਥਾ ਟੇਕਣਾ। ਉਪਰੰਤ ਗੁਰੂ ਰੂਪ ਸਾਧ ਸੰਗਤ ਦੇ ਦਰਸ਼ਨ ਕਰਕੇ ਸਹਿਜ ਨਾਲ ਮਨ ਦੇ ਅੰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ। ਜਦੋਂ ਆਪਾਂ ਸੰਗਤ 'ਚ ਬੈਠ ਜਾਣਾ, ਅਸੀਂ ਮੱਥਾ ਟੇਕ ਲਿਆ, ਪਰਿਕਰਮਾ ਕਰ ਲਈਏ, ਆਪਣੇ ਮਨ ਵਿੱਚ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਹੈ ਸੰਗਤ ਨੂੰ, ਅਤੇ ਜਿੱਥੇ ਵੀ ਜਗ੍ਹਾ ਮਿਲੇ ਬੈਠ ਜਾਣਾ। ਠੀਕ ਹੈ ਜੀ।
ਸੰਗਤ ਵਿੱਚ ਬੈਠਣ ਲਈ ਵੀ ਸਿੱਖ ਅਸਿੱਖ ਛੂਤ ਜਾਤ ਪਾਤ ਊਚ ਨੀਚ ਜਾਂ ਭਰਮ ਜਾਂ ਵਿਤਕਰਾ ਨਹੀਂ ਕਰਨਾ। ਕੋਈ ਵੀ ਵਿਤਕਰਾ ਨਹੀਂ ਕਰਨਾ ਅਗਰ ਆਪਾਂ ਸੰਗਤ 'ਚ ਵੀ ਬੈਠਣਾ ਤਾਂ, ਠੀਕ ਹੈ ਜੀ। ਕਿਉਂਕਿ ਸੰਗਤ ਦੇ ਵਿੱਚ ਬੈਠਣਾ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਜੀਵਨ ਜਾਂਚ ਦੱਸੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਜਿਹੜੀ ਹੈ ਉਹ ਸਾਰੀ ਹਾਜ਼ਰ ਨਾਜ਼ਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਅਤੇ ਗੁਰੂ ਜਿਹੜੇ ਹੈਗੇ ਆ ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਸਿਖਾਇਆ ਕਿ ਆਪਾਂ ਸਾਰੇ ਇੱਕੋ ਹੀ ਹਾਂ, ਠੀਕ ਹੈ। ਸਾਡੇ 'ਚ ਕੋਈ ਫ਼ਰਕ ਨਹੀਂ ਹੈ ਛੂਤ ਛਾਤ ਜਾਤ ਪਾਤ ਦਾ, ਊਚ ਨੀਚ ਦਾ। ਅਸੀਂ ਕੋਈ ਵਹਿਮ ਭਰਮ ਨਹੀਂ ਕਰਨਾ। ਇੱਕ ਸੰਗਤ ਇੱਕ ਪੰਗਤ, ਠੀਕ ਹੈ ਜੀ। ਉਹ ਇੱਕ ਸੰਗਤ ਦੇ ਵਿੱਚ ਹੀ ਸਭ ਨੇ ਸੰਗਤ ਨੇ ਕੀਰਤਨ ਸੁਣਨਾ, ਇੱਕੋ ਪੰਗਤ ਵਿੱਚ ਹੀ ਸਭ ਨੇ ਲੰਗਰ ਛਕਣਾ ਹੁੰਦਾ, ਠੀਕ ਹੈ ਜੀ। ਅੱਗੇ ਹੈ ਕਿਸੇ ਮਨੁੱਖ ਦਾ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਜਾਂ ਸੰਗਤ ਵਿੱਚ ਗਦੇਲਾ ਆਸਨ ਕੁਰਸੀ ਚੌਂਕੀ ਮੰਜਾ ਆਦਿ ਲਾ ਕੇ ਬੈਠਣਾ ਜਾਂ ਕਿਸੇ ਹੋਰ ਵਿਤਕਰੇ ਨਾਲ ਬੈਠਣਾ ਮਨਮਤ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਅਸੀਂ ਜਾਣਾ ਹੈ, ਅੰਦਰ ਬੈਠ ਕੇ ਕੀਰਤਨ ਕਥਾ ਸੁਣਨਾ ਹੈ,